ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਮਨਪ੍ਰੀਤ ਜੀ, ਖਬਰਾਂ ਕਈ ਬੜੀਆਂ ਅਹਿਮ ਨੇ ਅੱਜ। ਭਗਵੰਤ ਮਾਨ ਦੀ ਸਰਕਾਰ ਨੇ ਇੱਕ ਹੋਰ ਬੜਾ ਸ਼ਲਾਘਾਯੋਗ ਕੰਮ ਕੀਤਾ ਹੈ, ਤਾਰੀਫ ਕਰਨੀ ਬਣਦੀ ਹੈ। ਨੋਟਿਸ ਕੱਢ ਤੇ ਸਾਡੇ ਕਈ ਪੁਰਾਣੇ ਆਦਰਸ਼ਵਾਦੀ ਲੀਡਰਾਂ ਨੂੰ ਕਾਰ ਵਾਪਸੀ ਦੇ ਸੁਖਜਿੰਦਰ ਰੰਧਾਵਾ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਨੂੰ ਨੋਟਿਸ ਭੇਜਿਆ ਗਿਆ ਹੈ ਵੀ ਭਾਈ ਮੰਤਰੀ ਵਾਲੀ ਕਾਰ ਮੋੜੋ। ਇਨੋਵਾ ਕਾਰ ਹੈ, ਉਹਦਾ ਨੰਬਰ ਵੀ ਲਿਖਤਾ। ਮੰਤਰੀ ਜੀ ਕਹਿੰਦੇ ਕਿ ਇਹ ਸਰਕਾਰ ਦੀ ਕਾਰ ਹੈ, ਸਰਕਾਰ ਜਦੋਂ ਮਰਜ਼ੀ ਲੈ ਸਕਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਨੋਟਿਸ ਭੇਜਿਆ ਗਿਆ, ਕਹਿੰਦੇ ਤੁਹਾਡਾ ਇੱਕ ਫਲੈਟ ਸੀ 37 ਨੰਬਰ, ਉਹਨੂੰ ਤੁਸੀਂ ਬਾਦਲ ਸਾਹਿਬ ਖਾਲੀ ਕਰੋ। ਵੱਡੇ ਬਾਦਲ, ਫਲੈਟ ਨੰਬਰ 37 ਸੈਕਟਰ 4 ਚ। ਬਹੁਤ ਲੰਮੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਕੋਲੇ ਇਹੀ ਫਲੈਟ ਹੈ। ਫਿਰ 39 ਨੰਬਰ ਫਲੈਟ ਸੀ ਵਿਕਰਮ ਮਜੀਠੀਆ ਦਾ, ਉਹਦੀ ਵੀ ਖਾਲੀ ਕਰਨ ਦੀ ਕਾਰਵਾਈ ਚੱਲ ਰਹੀ ਹੈ। ਉਹਨਾਂ ਦੀ ਧਰਮ ਪਤਨੀ ਚਾਹੁੰਦੇ ਸੀ ਕਿ ਅਗਰ ਉਹ ਫਲੈਟ ਮਿਲ ਜੇ, ਮੈਂ ਮੀਡੀਆ 'ਚ ਪੜ੍ਹ ਰਿਹਾ ਸੀ, ਪਰ ਕਹਿੰਦੇ ਉਹਨਾਂ ਨੇ ਹਜੇ ਅਹੁਦੇ ਦੀ, ਵਿਧਾਇਕੀ ਦੇ ਅਹੁਦੇ ਦੀ ਸਹੁੰ ਨਹੀਂ ਚੱਕੀ ਤੇ ਡਾਕਟਰ ਚਰਨਜੀਤ ਨੂੰ ਉਹ ਫਲੈਟ ਸ਼ਾਇਦ ਅਲਾਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਫੀਸ਼ੀਅਲ ਇਹਦੇ ਤੇ ਹੋਰ ਸਰਕਾਰ ਦੱਸਣਗੇ। ਹੁਣ ਸਵਾਲ ਇਹ ਹੈ ਜੀ ਕਿ ਸਾਡੇ ਮੰਤਰੀ ਵਿਧਾਇਕ ਬਣ ਗਏ, ਪਰ ਗੱਡੀਆਂ ਇਹਨਾਂ ਕੋਲੇ ਮੰਤਰੀਆਂ ਵਾਲੀਆਂ ਹੀ ਹੈ। ਕੀ ਕੋਈ ਜ਼ਿੰਮੇਵਾਰੀ ਸਾਡੀ ਆਪਣੀ ਬਣਦੀ ਹੈ? ਰੰਧਾਵਾ ਜੀ, ਅਸੀਂ ਬਹੁਤ ਆਦਰਸ਼ਵਾਦੀ ਗੱਲਾਂ ਕਰਦੇ ਹਾਂ, ਸਾਰੇ ਬਹੁਤ ਆਦਰਸ਼ਵਾਦੀ ਬਣ ਕੇ ਸਾਰੇ ਲੀਡਰ ਥਾਣੇ ਵੀ ਗਏ ਰੋਪੜ ਦੇ ਰੂਪਨਗਰ ਕਿ ਤੁਸੀਂ ਬੀਬੀ ਅਲਕਾ ਲਾਂਬਾ ਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਹੈ ਉਹ ਸਿਆਸੀ ਰੰਜਿਸ਼ ਹੈ। ਪਰ ਕੀ ਇਹੀ ਆਦਰਸ਼ਵਾਦ ਹੈ ਕਿ ਉੱਪਰ ਹੋਰ ਤੇ ਸਾਡੇ ਕੰਮ ਹੋਰ? ਇਹਨਾਂ ਦੇ ਪੱਖ ਦਾ ਸਵਾਗਤ ਹੈ ਅਗਰ ਇਹ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਨੇ, ਪਰ ਇਹ ਸਵਾਲ ਵੱਡਾ ਹੈ ਕਿਉਂਕਿ ਮੀਡੀਆ ਦੇ ਵਿੱਚ ਵੀ ਰਿਪੋਰਟ ਹੋ ਰਿਹਾ। ਦੂਸਰਾ, ਇੱਕ ਹੋਰ ਚੰਗਾ ਫੈਸਲਾ ਹੈ, ਕਹਿੰਦੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਸਲਾਹ ਕਰ ਰਹੇ ਨੇ। ਜਦੋਂ ਦਿੱਲੀ ਗਏ ਸੀ ਤੇ ਚੀਫ ਸਕੱਤਰ ਨਾਲ ਸਲਾਹ ਕੀਤੀ ਵੀ ਸਾਡੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਰਾਲੀ ਸਾੜਨ ਦੀ ਸਮੱਸਿਆ ਹੈ ਉਹਨੂੰ ਕਿਵੇਂ ਦੂਰ ਕਰੀਏ, ਕਿ ਅਸੀਂ ਕੋਈ ਮੁਆਵਜ਼ਾ ਦੇ ਸਕਦੇ ਹਾਂ। ਇਹ ਚੰਗੀ ਪਹਿਲ ਹੈ ਆਮ ਆਦਮੀ ਪਾਰਟੀ ਦੀ। ਇਹ ਦੋਨੇ ਗੱਲਾਂ ਆਮ ਆਦਮੀ ਪਾਰਟੀ ਦੀਆਂ ਚੰਗੀਆਂ, ਪਰ ਇੱਕ ਤੀਸਰੀ ਗੱਲ ਹੈ ਜਿਹਦੇ ਤੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਬਣਦਾ ਹੈ। ਜ਼ਰੂਰ ਇਹਦੇ ਤੇ ਆਮ ਆਦਮੀ ਪਾਰਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਾਣਬੁੱਝ ਕੇ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉਹ ਵਿਸ਼ਾ ਇਹ ਹੈ ਕਿ ਹਰ ਰੋਜ਼ ਪੰਜਾਬ 'ਚ ਕਿਸਾਨ ਆਤਮ ਹੱਤਿਆ ਕਰ ਰਹੇ ਆਏ ਦਿਨ। ਔਰ ਜਦੋਂ ਦੀ ਕਣਕ ਮੰਡੀਆਂ 'ਚ ਆਉਣ ਲੱਗੀ ਹੈ, ਕਣਕ ਦਾ ਉਤਪਾਦਨ ਪਤਾ ਲੱਗਿਆ ਘਟ ਗਿਆ, ਨੁਕਸਾਨੇ ਬਹੁਤ ਗਏ ਕਿਸਾਨਾਂ ਦੇ ਖੇਤ। ਪਰ ਨਾ ਅਰਵਿੰਦ ਕੇਜਰੀਵਾਲ ਨੇ ਨਾ ਭਗਵੰਤ ਮਾਨ ਨੇ ਕਿਸਾਨਾਂ ਦੀ ਆਤਮ ਹੱਤਿਆ ਤੇ ਇੱਕ ਸ਼ਬਦ ਨਹੀਂ ਬੋਲਿਆ। ਨਾ ਇਹ ਕਿਹਾ ਵੀ ਕਿਸਾਨਾਂ ਨੂੰ ਅਸੀਂ ਮੁਆਵਜ਼ਾ ਦੇਵਾਂਗੇ ਦਿੱਲੀ ਮਾਡਲ ਦੇ ਹਿਸਾਬ ਦੇ ਨਾਲ। ਜਦੋਂ ਪੱਤਰਕਾਰਾਂ ਨੇ ਪੁੱਛਿਆ ਸੁਸਾਈਡਾਂ ਤੇ ਉਦੋਂ ਜਵਾਬ ਦਿੱਤਾ ਹੈ, ਪਰ ਅੱਗੇ ਵੱਧ ਕੇ ਨਾ ਭਗਵੰਤ ਮਾਨ ਪਤਾ ਲੈਣ ਗਏ ਨੇ, ਨਾ ਅਰਵਿੰਦ ਕੇਜਰੀਵਾਲ ਕਿਸੇ ਦੇ ਘਰ ਗਏ ਨੇ, ਨਾ ਮੀਟਿੰਗ ਸੱਦੀ ਗਈ ਹੈ ਵੀ ਅਸੀਂ ਕਿਸਾਨ ਸੁਸਾਈਡ ਹੋ ਰਹੇ ਨੇ ਕਿਵੇਂ ਰੋਕੀਏ, ਕਿਸਾਨਾਂ ਨੂੰ ਕਿਵੇਂ ਭਰੋਸਾ ਦਈਏ ਕਿ ਅਨਾਜ ਦਾ ਉਤਪਾਦਨ ਘਟਿਆ, ਅਸੀਂ ਤੁਹਾਡੀ ਮਦਦ ਕਰਾਂਗੇ। ਕਿਉਂਕਿ ਦਿੱਲੀ ਦਾ ਮਾਡਲ 50,000 ਪ੍ਰਤੀ ਹੈਕਟੇਅਰ ਮੁਆਵਜ਼ੇ ਦੀ ਗੱਲ ਕਰਦਾ। ਸੋ ਜੇ 5, 10, 15, 20, 25% ਦਾ ਨੁਕਸਾਨ ਹੋਇਆ, 50,000 ਦੇ ਹਿਸਾਬ ਦੇ ਨਾਲ ਉਨੇ % ਮੁਆਵਜ਼ਾ ਦੇਣਾ ਤਾਂ ਬਣਦਾ, ਕਿਉਂਕਿ ਇਹ ਪੋਲੀਟੀਕਲ ਵਾਅਦਾ ਸੀ। ਹੁਣ ਇਹ ਵੀ ਬਦਲਾਅ ਲੋੜੀਂਦਾ ਹੈ। ਇਹ 3 ਵਿਸ਼ੇ ਨੇ ਵੱਡੇ, ਮੈਂ ਚਾਹੂੰਗਾ ਕਿ ਤੁਸੀਂ ਇਹਨਾਂ ਦੇ ਉੱਤੇ ਐਨਾਲਿਸਿਸ ਕਰੋ। ਨੰਬਰ 1 ਤੇ ਜਿਹੜੇ ਨੋਟਿਸ ਜਾਰੀ ਹੋਏ ਨੇ ਸਾਬਕਾ ਮੰਤਰੀਆਂ ਨੂੰ ਕੀ ਕਹਿਣਾ ਚਾਹੋਗੇ? ਕਿਵੇਂ ਫੈਸਲਾ ਇਹ, ਤੇ ਕੀ ਇਹਨਾਂ ਨੂੰ ਖੁਦ ਗੱਡੀਆਂ ਮੋੜ ਦੇਣੀਆਂ ਚਾਹੀਦੀਆਂ ਸੀ ਜਾਂ ਸਰਕਾਰ ਘਰੇ ਆ ਕੇ ਲੈ ਕੇ ਜਾਵੇ? ਦੇਖੋ ਡੱਲਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਜਿਹੜੇ ਮੰਤਰੀ ਨੇ, ਸੁਖਜਿੰਦਰ ਸਿੰਘ ਰੰਧਾਵਾ ਦੀ ਤੁਸੀਂ ਗੱਲ ਕੀਤੀ ਹੈ, ਇਹ ਸਾਬਕਾ ਡਿਪਟੀ ਚੀਫ ਮਿਨਿਸਟਰ ਤਾਂ ਹੈ ਹੀ ਹੈ, ਤੇ ਇਹਨਾਂ ਕੋਲੇ ਹੋਮ ਅਫੇਅਰਸ ਤੇ ਜਸਟਿਸ ਡਿਪਾਰਟਮੈਂਟ ਸੀ, ਜੇਲ੍ਹ ਦਾ ਮਹਿਕਮਾ ਵੀ ਇਹਨਾਂ ਕੋਲੇ ਸੀ, ਕਿਸੇ ਟਾਈਮ ਕਾਰਪੋਰੇਸ਼ਨ ਦਾ ਮਹਿਕਮਾ ਵੀ ਇਹ ਦੇਖ ਰਹੇ ਸੀ। ਯਾਨੀ ਸਰਕਾਰ ਦੇ ਜਿਹੜੇ ਮੰਤਰੀ ਸੀ ਉਹਨਾਂ ਤੋਂ ਬਹੁਤ ਪਹਿਲੀ ਕਤਾਰ ਦੇ ਮੰਤਰੀ ਸੀ ਇਹ। ਔਰ ਅਗਰ ਮੁੱਖ ਮੰਤਰੀ ਤੋਂ ਬਾਅਦ ਡਿਪਟੀ ਚੀਫ ਮਿਨਿਸਟਰ ਤਾਂ ਹੈ ਹੀ ਸੀ। ਇਹਨਾਂ ਵਿਅਕਤੀਆਂ ਨੂੰ ਤਾਂ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਸੀ। ਜੇ ਇਹਨਾਂ ਨੂੰ ਨੋਟਿਸ ਜਾਂਦੇ ਨੇ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਇਹਨਾਂ ਦੇ ਲਈ ਇੱਕ ਐਮਬੈਰਸਮੈਂਟ ਆ। ਚੰਗਾ ਹੁੰਦਾ ਜਦੋਂ ਇਹ ਗੱਲਾਂ ਕਰਦੇ ਨੇ ਇਮਾਨਦਾਰੀ ਦੀਆਂ ਜਾਂ ਕੋਈ ਐਗਜ਼ਾਮਪਲ ਸੈੱਟ ਕਰਨ ਦੀਆਂ। ਇਹ ਨਹੀਂ ਹੈ ਕੋਈ ਇਹਨਾਂ ਨੇ ਕੋਈ ਬੇਈਮਾਨੀ ਕਰ ਲਈ, ਲੇਕਿਨ ਇਹ ਲੋਕ
ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ। ਹੁਣ ਤੁਸੀਂ ਦੇਖੋ ਫਿਰ ਉਹੀ ਗੱਲ ਆਉਂਦੀ ਹੈ, ਨਵਜੋਤ ਸਿੰਘ ਸਿੱਧੂ ਨੇ ਜਿਸ ਦਿਨ ਆਪਣੇ ਲੋਕਲ ਗਵਰਨਮੈਂਟ ਮਿਨਿਸਟਰ ਵਜੋਂ ਅਸਤੀਫਾ ਦਿੱਤਾ ਸੀ, ਉਸ ਦਿਨ ਘਰ ਵੀ ਖਾਲੀ ਕਰ ਗਏ ਸੀ, ਗੱਡੀਆਂ ਵੀ ਮੋੜ ਗਏ ਸੀ, ਸਾਰਾ ਕੁਝ ਘਰ ਵਾਪਸ ਕਰਕੇ ਉਹ ਘਰ ਚਲੇ ਗਏ ਸੀ। ਇਹਨਾਂ ਲੋਕਾਂ ਨੇ ਹਜੇ ਤੱਕ ਇਹਨਾਂ ਨੂੰ ਨੋਟਿਸ ਕਰਨੇ ਪੈ ਰਹੇ ਆ ਕਿ ਇਹਨਾਂ ਨੂੰ ਪਤਾ ਨਹੀਂ ਕਿ ਅੱਜ 1 ਮਹੀਨਾ 11 ਦਿਨ ਹੋ ਗਏ ਜਦੋਂ ਤੋਂ ਇਹ ਸਰਕਾਰ ਬਣੀ ਆ। ਉਸ ਤੋਂ ਪਹਿਲਾਂ ਜਿਹੜੀ ਆ 10 ਮਾਰਚ ਨੂੰ ਤਾਂ ਰਿਜ਼ਲਟ ਵੀ ਆ ਗਏ ਸੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਅਸੀਂ ਹਾਰ ਗਏ ਆ, ਤੇ ਫਿਰ ਵੀ ਜਿਹੜੀਆਂ ਇਹਨਾਂ ਦੀਆਂ ਰਹਿਣ ਦੀ ਸ਼ੈਲੀ ਆ ਜਾਂ ਜਿਹੜੀਆਂ ਆਦਤਾਂ ਉਹ ਮੰਤਰੀਆਂ ਵਾਲੀਆਂ ਗੱਡੀਆਂ ਯੂਜ਼ ਕਰਨੀਆਂ। ਸੋ ਮੈਨੂੰ ਲੱਗਦਾ ਇਹਨਾਂ ਨੂੰ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਸੀ। ਇਸੇ ਕਰਕੇ ਹੁਣ ਇਹਨਾਂ ਦਾ ਅਖਬਾਰਾਂ ਦੇ ਵਿੱਚ ਨਾਂ ਉਛਲ ਰਿਹਾ। ਡੱਲਾ ਜੀ ਤੁਸੀਂ ਇੱਕ ਹੋਰ ਐਗਜ਼ਾਮਪਲ ਦੇਖੋ, ਮਨਪ੍ਰੀਤ ਬਾਦਲ ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਜਦੋਂ ਘਰ ਖਾਲੀ ਕਰਨਾ ਸੀ, ਜਾਂ ਗੁਰਪ੍ਰੀਤ ਕਾਂਗੜ, ਉਹਨਾਂ ਨੇ ਜਦੋਂ ਘਰ ਖਾਲੀ ਕਰਨੇ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਕਈ ਤਰ੍ਹਾਂ ਦਾ ਸਰਕਾਰੀ ਸਮਾਨ ਗਾਇਬ ਸੀ। ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦੇ ਅਸੀਂ ਤਾਂ ਜੀ ਚੈੱਕ ਕੱਟ ਕੇ ਦੇ ਦਿੰਦੇ ਆ। ਇਸੇ ਤਰ੍ਹਾਂ ਰਜ਼ੀਆ ਸੁਲਤਾਨਾ ਦੇ ਨਾਮ ਤੇ ਵੀ ਇਸ ਤਰ੍ਹਾਂ ਦੇ ਨੋਟਿਸ ਨਿਕਲੇ ਨੇ। PWD ਦੇ ਜਿਹੜੇ ਇੰਜੀਨੀਅਰਸ ਨੇ, ਜਿਹੜੇ ਇਹਨਾਂ ਘਰਾਂ ਦਾ ਰੱਖ ਰਖਾਵ ਕਰਦੇ ਨੇ, ਉਹਨਾਂ ਨੇ ਇਹ ਸਾਰਾ ਕੁਝ ਧਿਆਨ ਦੇ ਵਿੱਚ ਲੈ ਕੇ ਆਂਦਾ। ਮੇਰਾ ਕਹਿਣ ਦਾ ਮਤਲਬ ਆ ਕਿ ਇਹ ਜਿਹੜੇ ਸਰਕਾਰੀ ਵਿਅਕਤੀ ਨੇ ਜਾਂ ਜਿਹੜੇ ਮੰਤਰੀ ਨੇ ਖਾਸ ਤੌਰ ਤੇ, ਇਹਨਾਂ ਨੂੰ ਇਹ ਕਹਿਣ ਦੀ ਲੋੜ ਕਿਉਂ ਪਵੇ? ਇਹਨਾਂ ਨੂੰ ਤਾਂ ਖੁਦ ਉਦਾਹਰਨਾਂ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਹੁਣ ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਆਉਂਦੀ ਆ ਪ੍ਰਕਾਸ਼ ਸਿੰਘ ਬਾਦਲ ਦੀ। ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਹਿੰਦੇ ਕਾਫੀ ਦੇਰ ਤੋਂ ਉਹਨਾਂ ਕੋਲ ਇੱਕ ਫਲੈਟ ਆ, ਉਹਨੂੰ ਵੀ ਹੁਣ ਖਾਲੀ ਕਰਵਾਉਣ ਲਈ ਉਹਨਾਂ ਨੇ ਕਿਹਾ, ਕਿਉਂਕਿ ਉਹ ਹਾਰ ਗਏ ਨੇ ਔਰ ਕਾਫੀ ਦੇਰ ਲਗਾਤਾਰ 11 ਵਾਰੀ ਉਹ MLA ਰਹੇ ਨੇ, ਮੁੱਖ ਮੰਤਰੀ ਤਾਂ ਉਹ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਹੁਣ ਕਿਉਂਕਿ ਉਹ ਇਲੈਕਸ਼ਨ ਹਾਰ ਗਏ ਨੇ, ਇਸ ਕਰਕੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਉਹ ਆਪਣਾ ਫਲੈਟ ਖਾਲੀ ਕਰਨ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਬਿਕਰਮ ਸਿੰਘ ਮਜੀਠੀਆ, ਕਿਉਂਕਿ ਉਹ ਵੀ ਇਲੈਕਸ਼ਨ ਹਾਰ ਗਏ ਆ, ਹੁਣ MLA ਨਹੀਂ ਰਹੇ। ਹਾਲਾਂਕਿ ਤੁਸੀਂ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪਤਨੀ ਆ, ਜਿਨ੍ਹਾਂ ਨੇ ਮਜੀਠਾ ਤੋਂ ਇਲੈਕਸ਼ਨ ਜਿੱਤੀ ਹੈ, ਗਨੀਵ ਕੌਰ, ਪਰ ਬੜੀ ਹੈਰਾਨੀ ਦੀ ਗੱਲ ਹੈ, ਗਨੀਵ ਕੌਰ ਨੇ ਹਜੇ ਤੱਕ ਬਤੌਰ MLA ਸਹੁੰ ਤੱਕ ਨਹੀਂ ਚੱਕੀ। ਵਿਧਾਨ ਸਭਾ 'ਚ ਤਾਂ ਉਹਨਾਂ ਨੇ ਜਾਣਾ ਕੀ ਹੈ, ਵੈਸੇ ਵੀ ਉਹ ਕਦੇ ਵੀ ਜਾ ਕੇ ਸਪੀਕਰ ਕੋਲੇ ਸਹੁੰ ਚੁੱਕ ਸਕਦੇ ਆ, ਪਰ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੋਲੇ ਹਜੇ ਤੱਕ ਜਾ ਕੇ ਸਹੁੰ ਨਹੀਂ ਚੁੱਕੀ। ਮੈਨੂੰ ਨਹੀਂ ਪਤਾ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੇਮ ਪਲਾਨ ਆ, ਕੀ ਰਣਨੀਤੀ ਹੈ, ਇਹ ਤਾਂ ਖੈਰ ਉਹ ਦੱਸ ਸਕਦੇ ਆ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਚੀਜ਼ ਜ਼ਰੂਰ ਆਉਂਦੀ ਹੈ, ਜਿਹੜੀ ਪਹਿਲਾਂ ਆਪਾਂ ਮੰਤਰੀਆਂ ਦੀ ਗੱਡੀਆਂ ਦੀ ਗੱਲ ਕੀਤੀ, ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹ ਮੰਤਰੀਆਂ ਨੂੰ ਨਹੀਂ ਚਿੱਠੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਜਾਂ ਨੋਟਿਸਿਸ ਨਹੀਂ ਜਾਣੇ ਚਾਹੀਦੇ। ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਆਪ ਅੱਗੇ ਵੱਧ ਕੇ ਇਹ ਸਾਰਾ ਕੁਝ ਸਰੈਂਡਰ ਕਰ ਦੇਣਾ ਚਾਹੀਦਾ। ਪਰ ਹਾਂ, ਉਸ ਤੋਂ ਬਾਅਦ ਇਹ ਪਤਾ ਕੀ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਰਾਜਨੀਤੀ ਹੋ ਰਹੀ ਹੈ। ਇਹ ਕੋਈ ਰਾਜਨੀਤੀ ਨਹੀਂ ਹੋ ਰਹੀ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਕੁਝ ਖਬਰਾਂ ਲੱਗੀਆਂ ਸੀ ਕਿ ਸ਼ਾਇਦ ਨਵੀਆਂ ਗੱਡੀਆਂ ਲੈ ਰਹੇ ਨੇ, ਆਮ ਆਦਮੀ ਪਾਰਟੀ ਨਵੀਆਂ ਗੱਡੀਆਂ ਲੈ ਰਹੇ ਆ, ਫੋਰਚੂਨਰ ਲੈ ਰਹੇ ਆ, ਲਗਜ਼ਰੀ ਕਾਰਸ ਲੈ ਰਹੇ ਆ। ਭਗਵੰਤ ਮਾਨ ਹੁਣਾਂ ਨੇ ਜਦੋਂ ਇੱਕ ਪ੍ਰੈਸ ਇੰਟਰੈਕਸ਼ਨ ਹੋਈ ਸੀ, ਪ੍ਰੈਸ ਵਾਰਤਾ ਹੋਈ ਸੀ, ਉਹਦੇ ਵਿੱਚ ਇਸ ਗੱਲ ਦਾ ਬਲਕਿ ਖੰਡਨ ਵੀ ਕੀਤਾ ਸੀ ਔਰ ਪ੍ਰਗਟ ਸਿੰਘ ਦਾ ਨਾਮ ਖਾਸ ਤੌਰ ਤੇ ਆਇਆ ਸੀ। ਉਹ ਕਹਿੰਦੇ ਜੀ ਪ੍ਰਗਟ ਸਿੰਘ ਕਹਿੰਦੇ ਆ ਕਿ ਇਹ ਤਾਂ ਫੋਰਚੂਨਰ ਲੈ ਰਿਹਾ। ਉਹ ਕਹਿੰਦੇ ਜਿਹੜੀ ਇਹਨਾਂ ਕੋਲੇ ਗੱਡੀ ਆ ਸੀ ਉਹ ਵੀ ਵਾਪਸ ਲੈ ਲੈਣੀ ਹੈ। ਖੈਰ ਉਹਨਾਂ ਨੇ ਹੁਣ ਵਾਪਸ ਲੈ ਲਈ ਤੇ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਰਾਜਨੀਤੀ ਕਿੰਨੀ ਕੁ ਹੁੰਦੀ ਹੈ। ਜੀ ਬਿਲਕੁਲ, ਦੇਖੋ ਭਾਵੇਂ ਇਹ ਇੱਕ ਰੂਟੀਨ ਦੀ ਪ੍ਰਕਿਰਿਆ ਹੈ, ਭਾਵੇਂ ਇੱਕ ਪ੍ਰੋਸੈਸ ਹੈ, ਡਿਪਾਰਟਮੈਂਟਲ ਪ੍ਰੋਸੈਸ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਮੰਤਰੀ ਸੀ, ਤੁਸੀਂ ਅਸਤੀਫਾ ਦੇ ਚੁੱਕੇ ਹੋ ਤੇ ਤੁਸੀਂ ਵਿਧਾਇਕੀ ਦੇ ਤੌਰ ਤੇ ਸਹੁੰ ਚੱਕ ਚੁੱਕੇ ਹੋ। ਮੈਨੂੰ ਲੱਗਦਾ ਨੈਤਿਕਤਾ ਤਾਂ ਇਹੀ ਕਹਿੰਦੀ ਹੈ ਕਿ ਤੁਹਾਨੂੰ ਆਪ ਹੀ ਉਹ ਗੱਡੀਆਂ ਦੀ ਚਾਬੀ ਦੇ ਦੇਣੀ ਚਾਹੀਦੀ ਹੈ, ਜਾਂ ਤੁਸੀਂ ਚਿੱਠੀ ਲਿਖ ਦਿਓ ਵੀ ਭਾਈ ਸਾਡੀ ਗੱਡੀ ਲੈ ਜਾਓ, ਅਸੀਂ ਗੱਡੀ ਵਰਤ ਨਹੀਂ ਰਹੀ, ਸਾਡੇ ਗਰਾਜ 'ਚ ਖੜੀ ਹੈ। ਤਾਂ ਕਿ ਜਦੋਂ ਨੋਟਿਸ ਆਉਂਦੇ ਨੇ ਫਿਰ ਇਹ ਕਹਿਣਾ ਕਿ ਸਿਆਸਤ ਹੈ ਇਹਦੇ ਪਿੱਛੇ, ਮੈਨੂੰ ਲੱਗਦਾ ਉਹ ਜ਼ਿਆਦਾ ਚੰਗਾ ਨਹੀਂ ਹੈ। ਉਦਾਹਰਨਾਂ ਸੈੱਟ ਕਰਨੀਆਂ ਬੜੀ ਜ਼ਰੂਰੀ ਨੇ। ਇਹਨਾਂ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ ਔਰ ਇਹ ਸਾਰੇ ਬਹੁਤ ਸਾਰੇ ਲੋਕਾਂ ਦੇ ਹੀਰੋ ਨੇ। ਚਲੋ ਬਾਕੀ ਬਹੁਤ ਸਾਰੀਆਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਨੇ, ਇਹਨਾਂ ਦਾ ਅਗਰ ਕੋਈ ਪ੍ਰਤੀਕਰਮ ਹੈ, ਕੋਈ ਰਿਐਕਸ਼ਨ ਹੈ, ਉਹ ਵੀ ਸਿਰ ਮੱਥੇ ਤੇ ਹੈ। ਹੁਣ ਗੱਲ ਅੱਗੇ ਵਧਾਉਂਦੇ ਹਾਂ ਜੀ। ਹੁਣ ਕਿਸਾਨ ਸੁਸਾਈਡ ਦੇ ਮਸਲੇ ਤੇ ਬਹੁਤ ਜ਼ਿਆਦਾ ਕਿਸਾਨ ਸੁਸਾਈਡ ਹੋ ਰਹੇ ਨੇ। ਮਨਪ੍ਰੀਤ ਰੰਧਾਵਾ ਜੀ, ਕੀ ਲੱਗਦਾ ਕੀ ਕਾਰਨ ਹੈ? ਨਾ ਕੇਜਰੀਵਾਲ ਸਾਹਿਬ ਨਾ ਭਗਵੰਤ ਮਾਨ ਸਾਹਿਬ ਧਿਆਨ ਨਹੀਂ ਦੇ ਪਾ ਰਹੇ ਇਸ ਪਾਸੇ। ਕੀ ਸਕੂਲਾਂ ਚੁਰੇ ਹੋਏ ਨੇ ਵੀ ਅਸੀਂ ਸਕੂਲ ਸੁਧਾਰਨੇ ਆ ਤੁਰੰਤ, ਅਸੀਂ ਸਿਹਤ ਮਹਿਕਮੇ ਨੂੰ, ਹੈਲਥ ਡਿਪਾਰਟਮੈਂਟ ਨੂੰ ਸੁਧਾਰਨਾ ਹੈ, ਜਾਂ ਅਸੀਂ ਸੁਰੱਖਿਆ ਵਾਪਸ ਲੈਣੀ ਹੈ, ਜਾਂ ਅਸੀਂ ਬਿਜਲੀ ਮਾਫ ਕਰਨ ਦੇ ਫੈਸਲੇ ਲੈਣੇ ਨੇ? ਪ੍ਰਾਇੋਰਟੀ ਕੀ ਹੈ? ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਇਸ ਵਾਰ ਖਰੀਦ ਘਟੀ ਹੈ ਪਿਛਲੇ ਸਾਲਾਂ ਨਾਲੋਂ, ਰਿਕਾਰਡ ਘਟੀ ਹੈ ਪਿਛਲੇ 20-25 ਸਾਲਾਂ ਦੇ ਨਾਲੋਂ। ਕਣਕ ਦੀ ਕੁਆਲਿਟੀ ਵੀ ਘਟੀ ਹੈ,
ਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੁੰਦੀ ਹੈ, ਭਗਵੰਤ ਮਾਨ ਕਹਿੰਦੇ ਅਸੀਂ ਜਲਦ ਮੀਟਿੰਗ ਕਰਾਂਗੇ। ਉਹ ਜਲਦ ਆਇਆ ਨਹੀਂ ਭਗਵੰਤ ਮਾਨ ਸਾਹਿਬ ਦਾ। ਕਾਰਨ ਕੀ ਹੈ? ਕੀ ਮਜਬੂਰੀ ਹੈ ਭਗਵੰਤ ਮਾਨ ਸਾਹਿਬ ਦੀ ਵੀ ਸੂਬਾ ਸਰਕਾਰ ਕਿੱਥੋਂ ਪੈਸਾ ਦਊਗੀ, ਸਾਨੂੰ ਗਰਦੌਰੀਆਂ ਨਾ ਕਰਨੀਆਂ ਪੈ ਜਾਣ, ਸਾਨੂੰ ਆਪ ਡੀਸੀ ਭੇਜ ਕੇ ਰਿਪੋਰਟਾਂ ਨਾ ਬਣਾਉਣੀਆਂ ਪੈ ਜਾਣ ਵੀ ਸਾਡਾ ਨੁਕਸਾਨ ਕਣਕ ਦਾ ਕਿੰਨਾ ਹੋਇਆ? ਇਹ ਸਾਰੀ ਗੱਲ ਅਸੀਂ ਕੇਂਦਰ ਤੇ ਹੀ ਛੱਡਣੀ ਹੈ। ਐਮਐਸਪੀ ਵੀ ਕੇਂਦਰ ਹੀ ਦਵੇ, ਕਣਕ ਤਾਂ ਕੇਂਦਰ ਚੱਕਦਾ ਹੀ ਹੈ, ਪੈਸਾ ਵੀ ਕੇਂਦਰ ਹੀ ਦਿੰਦਾ ਹੈ ਕਣਕ ਦਾ। ਤੇ ਕੀ ਅਸੀਂ ਸਭ ਕੁਝ ਨਰਿੰਦਰ ਮੋਦੀ ਦੇ ਖਾਤੇ ਹੀ ਪਾਉਣਾ ਹੈ ਵੀ ਆਓ ਹੁਣ ਮੁਆਵਜ਼ਾ ਕਣਕ ਦੀ ਖਰਾਬੀ ਦਾ ਨਰਿੰਦਰ ਮੋਦੀ ਜੀ ਤੁਸੀਂ ਦਿਓ? ਫਿਰ ਉਹ ਦਿੱਲੀ ਮਾਡਲ ਦਾ 50,000 ਪ੍ਰਤੀ ਹੈਕਟੇਅਰ ਮੁਆਵਜ਼ਾ ਹੈ, ਉਹ ਕਦੋਂ ਲਾਗੂ ਹੁੰਦਾ ਫਾਰਮੂਲਾ? ਦੇਖੋ ਡੱਲਾ ਜੀ, ਬਹੁਤ ਅਹਿਮ ਸਵਾਲ ਆ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਹੋਣ, ਅਰਵਿੰਦ ਕੇਜਰੀਵਾਲ ਹੋਣ, ਪਿਛਲੇ ਕੁਝ ਸਮੇਂ ਤੋਂ ਉਹ ਲਗਾਤਾਰ ਉਹਨਾਂ ਦੀ ਜਿਹੜਾ ਫੋਕਸ ਆ ਉਹਨਾਂ ਦਾ, ਜਾਂ ਜਿਹੜੀ ਉਹਨਾਂ ਦੀ ਕੋਸ਼ਿਸ਼ ਆ, ਉਹ ਆ ਕਿ ਅਸੀਂ ਬਿਹਤਰ ਸਿਹਤ ਸੁਵਿਧਾਵਾਂ ਜਾਂ ਬਿਹਤਰ ਜਿਹੜਾ ਐਜੂਕੇਸ਼ਨ ਸਿਸਟਮ ਆ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਉਪਰਾਲੇ ਉਹ ਕਰ ਰਹੇ ਆ, ਜਿਸ ਕਰਕੇ ਉਹ ਚਾਹੁੰਦੇ ਨੇ ਕਿ ਪੰਜਾਬ ਨੂੰ ਇੱਕ ਵਧੀਆ ਪ੍ਰਸ਼ਾਸਨ ਮਿਲੇ। ਪਰ ਜਦੋਂ ਇਹ ਸਾਰਾ ਕੁਝ ਕਰ ਰਹੇ ਆ, ਇਹਦੇ ਨਾਲ ਨਾਲ ਕਿਸਾਨਾਂ ਦੀ ਅਣਦੇਖੀ ਹੋ ਰਹੀ ਹੈ, ਔਰ ਖਾਸ ਤੌਰ ਤੇ ਉਹਨਾਂ ਕਿਸਾਨਾਂ ਦੀ ਜਿਹੜੇ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ। ਫਿਰ ਮੈਨੂੰ ਅੱਜ ਉਹਨਾਂ ਦਾ, ਅਰਵਿੰਦ ਕੇਜਰੀਵਾਲ ਹੋਣਾ ਦਾ ਬਿਆਨ ਯਾਦ ਆ ਜਾਂਦਾ, ਜਿਹੜਾ ਉਹਨਾਂ ਨੇ ਮਾਨਸਾ ਦੀ ਇੱਕ ਰੈਲੀ ਦੇ ਵਿੱਚ 29 ਅਕਤੂਬਰ ਨੂੰ ਜਦੋਂ ਉਹ ਰੈਲੀ ਹੁੰਦੀ ਆ, ਉੱਥੇ ਉਹ ਕਹਿੰਦੇ ਆ ਮੈਂ ਤੁਹਾਡੇ ਨਾਲ ਅੱਜ ਬਹੁਤ ਵੱਡਾ ਵਾਅਦਾ ਕਰਨ ਜਾ ਰਿਹਾ। ਅਰਵਿੰਦ ਕੇਜਰੀਵਾਲ ਨੇ ਉਹ ਬਹੁਤ ਵੱਡਾ ਵਾਅਦਾ ਕੀਤਾ, ਔਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸੱਤਾ 'ਚ ਆ ਜਾਾਂਗੇ, ਉਹਨਾਂ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ, ਫਰਵਰੀ ਦੇ ਵਿੱਚ ਤਾਂ ਚੋਣਾਂ ਹੋ ਜਾਣੀਆਂ, 10 ਮਾਰਚ ਨੂੰ ਰਿਜ਼ਲਟ ਆ ਜਾਣੇ ਆ, ਔਰ ਜਿੱਦਾਂ ਹੀ ਅਸੀਂ ਸੱਤਾ 'ਚ ਆਵਾਂਗੇ 1 ਅਪ੍ਰੈਲ ਤੋਂ ਬਾਅਦ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, ਔਰ ਜੇ ਕਰੇਗਾ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਸਾਡੇ ਤੇ ਹੋਏਗੀ। ਇਸ ਚੀਜ਼ ਨੂੰ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕਰਕੇ, ਤੇ ਉਹੀ ਜਿਹੜਾ ਵੀਡੀਓ ਕਲਿੱਪ ਆ ਉਹ ਆਪਣੇ ਟਵੀਟ ਦੇ ਰਾਹੀਂ ਜਾਰੀ ਕਰਕੇ ਲੋਕਾਂ ਨੂੰ ਦੱਸਿਆ ਸੀ ਕਿ ਅਰਵਿੰਦ ਕੇਜਰੀਵਾਲ ਹੋਣਾ ਨੇ ਆਹ ਗੱਲ ਕਹੀ ਆ। ਪਰ ਬੜੇ ਅਫਸੋਸ ਦੀ ਗੱਲ ਆ ਕਿ ਹਜੇ ਤੱਕ ਆਮ ਆਦਮੀ ਪਾਰਟੀ ਦਾ ਇਸ ਉੱਤੇ ਕੋਈ ਰਿਐਕਸ਼ਨ ਨਹੀਂ ਆਇਆ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਫਿਰ ਤੁਸੀਂ ਇਸ ਗੱਲ ਤੋਂ ਪਿੱਛੇ ਕਿਉਂ ਹਟ ਗਏ। ਔਰ ਤੁਹਾਡੀ ਗੱਲ ਬਿਲਕੁਲ ਠੀਕ ਆ, ਕਿਸਾਨ ਜਿਹੜੇ ਨੇ ਇਸ ਟਾਈਮ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਣਕ ਦਾ ਝਾੜ ਘਟ ਜਾਣਾ, ਕਿਉਂਕਿ ਮੌਸਮ ਗਰਮ ਹੋ ਗਿਆ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ, ਉਸ ਕਰਕੇ ਦਾਣਾ ਜਿਹੜਾ ਉਹ ਸ਼੍ਰਿਵਲ ਹੋ ਗਿਆ। ਜਿਹੜੇ ਸੈਂਟਰ ਦੇ ਜਾਂ FCI ਦੇ ਜਿਹੜੇ ਮਾਪਦੰਡ ਸੀ 6% ਤੱਕ, ਉਹ ਕਹਿੰਦੇ ਸੀ ਕਿ ਜੇ ਦਾਣੇ ਦੇ ਵਿੱਚ ਖਰਾਬੀ ਹੈ ਤੇ ਅਸੀਂ ਖਰੀਦ ਲਾਂਗੇ। ਪਰ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ 5 ਟੀਮਾਂ ਆਈਆਂ, ਉਹਨਾਂ ਨੇ ਲਗਭਗ 15 ਜ਼ਿਲ੍ਹਿਆਂ ਦੇ ਵਿੱਚ ਦੌਰਾ ਕੀਤਾ, ਉੱਥੇ ਉਹਨਾਂ ਨੂੰ ਲੱਗਾ ਕਿ ਕਈ ਜਗ੍ਹਾ ਤੇ ਜਿਹੜਾ ਖਰਾਬਾ ਉਹ ਕਾਫੀ ਜ਼ਿਆਦਾ ਹੈ। ਤੇ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਸੀ ਕਿ ਅਸੀਂ ਜਾ ਕੇ ਇਸ ਦੀ ਇੱਕ ਰਿਪੋਰਟ ਬਣਾਵਾਂਗੇ, ਔਰ ਅਸੀਂ ਇਸ ਦੇ ਵਿੱਚ ਇਹਨਾਂ ਮਾਪਦੰਡਾਂ ਦੇ ਵਿੱਚ ਜਾਂ ਜੋ ਵੀ ਇਹਨਾਂ ਨੇ ਇਹ ਬਣਾਏ ਨੇ, ਸਪੈਸੀਫਿਕੇਸ਼ਨਸ ਬਣਾਈਆਂ ਨੇ, ਉਹਨਾਂ ਦੇ ਵਿੱਚ ਅਸੀਂ ਕੁਝ ਰਿਲੈਕਸੇਸ਼ਨ ਦੇਵਾਂਗੇ। ਪਰ ਹਜੇ ਤੱਕ ਡੱਲਾ ਜੀ, ਬੜੇ ਅਫਸੋਸ ਦੀ ਗੱਲ ਆ, ਹਜੇ ਤੱਕ ਕੋਈ ਵੀ ਰਿਲੈਕਸੇਸ਼ਨ ਨਹੀਂ ਆਈ। ਔਰ ਤੁਹਾਡੀ ਗੱਲ ਇੱਕ ਬਿਲਕੁਲ ਠੀਕ ਆ, ਇਸ ਕਾਰਨ ਹਜੇ ਤੱਕ ਮੰਡੀਆਂ 'ਚੋਂ ਕਣਕ ਲਿਫਟ ਨਹੀਂ ਹੋ ਰਹੀ। ਪਿਛਲੇ ਦਿਨਾਂ 'ਚ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਿਹੜੇ ਪ੍ਰਾਈਵੇਟ ਗੋਡਾਊਨਸ ਨੇ ਜਾਂ ਜਿਹੜੇ ਪ੍ਰਾਈਵੇਟ ਇਹਦੇ ਵਿੱਚ ਪਲੇਅਰਸ ਜਿਹੜੇ ਕਣਕ ਦੀ ਖਰੀਦ ਕਰ ਰਹੇ ਨੇ, ਉਹਨਾਂ ਦੇ ਬਾਹਰ ਟਰਾਲੀਆਂ ਦੀਆਂ ਲੰਬੀਆਂ ਕਿਲੋਮੀਟਰ 1.5 ਕਿਲੋਮੀਟਰ ਲਾਈਨਾਂ ਵੀ ਦੇਖੀਆਂ ਗਈਆਂ। ਪਰ ਇਹ ਨਹੀਂ ਸੀ ਕਿ ਉਹ ਸਾਰੀਆਂ ਟਰਾਲੀਆਂ ਜਾਂ ਜਿੰਨੀ ਕਣਕ ਸੀ ਉਹ ਖਰੀਦੀ ਜਾ ਰਹੀ ਸੀ। ਉੱਥੋਂ ਵੀ ਬਹੁਤ ਸਾਰੇ ਕਿਸਾਨਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਸੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੇਕਿਨ ਹਜੇ ਤੱਕ ਸਾਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਈ ਕਿ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਪਹਿਲ ਕਦਮੀ ਨਜ਼ਰ ਨਹੀਂ ਆਈ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਮਾਨਸਾ ਗਏ ਸੀ। ਉੱਥੇ ਜਾ ਕੇ ਉਹਨਾਂ ਨੇ ਗੁਲਾਬੀ ਸੁੰਡੀ, ਜਿਹੜਾ ਪਿੰਕ ਬੋਲਵਰਮ ਆ, ਉਸ ਦੇ ਨਾਲ ਜਿਹੜਾ ਖਰਾਬਾ ਹੋਇਆ ਸੀ ਨਰਮੇ ਨੂੰ, ਕਾਟਨ ਕ੍ਰੌਪ ਨੂੰ, ਉਸ ਦਾ ਮੁਆਵਜ਼ਾ ਦੇ ਕੇ ਆਏ ਸੀ। ਉੱਥੇ ਉਹਨਾਂ ਨੇ 101 ਕਰੋੜ ਰੁਪਇਆ ਦਿੱਤਾ। ਡੱਲਾ ਜੀ, ਮੈਂ ਤੁਹਾਨੂੰ ਇਹ ਵੀ ਯਾਦ ਕਰਾਉਣਾ ਕਿ ਉਸੇ ਦਿਨ ਉਹਨਾਂ ਨੇ ਉੱਥੇ ਭਾਸ਼ਣ ਦਿੱਤਾ, ਔਰ ਭਾਸ਼ਣ ਦੇ ਵਿੱਚ ਉਹਨਾਂ ਨੇ ਇੱਕ ਬੜੀ ਖਾਸ ਗੱਲ ਕਹੀ ਸੀ। ਉਹ ਕਹਿੰਦੇ ਜਿਹੜੇ ਕਿਸਾਨ ਨੇ ਉਹ ਮੁਆਵਜ਼ੇ ਲਈ ਰੁਲ ਜਾਂਦੇ ਨੇ, ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ, ਪਰ ਅਸੀਂ ਹੁਣ ਇਸ ਤਰ੍ਹਾਂ ਨਹੀਂ ਕਰਨਾ। ਅਸੀਂ ਗਦੌਰੀਆਂ, ਇਹ ਸਾਰਾ ਕੁਝ ਜਿਹੜਾ ਸਰਵੇਜ਼ ਆ, ਇਹ ਬਾਅਦ ਚ ਕਰਾ ਲਾਂਗੇ। ਪਹਿਲਾਂ ਅਸੀਂ ਉਹਨਾਂ ਨੂੰ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸਾ ਦੇ ਦਾਂਗੇ, ਤਾਂ ਕਿ ਕਿਸਾਨ ਨੂੰ ਆਪਣੇ ਘਰ ਚਲਾਉਣ ਦੇ ਵਿੱਚ ਜਾਂ ਆਪਣੀ ਰੋਜ਼ ਦੀ ਜਿਹੜੀ ਗੁਜ਼ਰ ਬਸਰ ਆ ਉਹ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਕੋਈ ਤੰਗੀ ਪੇਸ਼ੀ ਨਾ ਆਵੇ। ਪਰ ਕੀ ਇਸ ਤਰ੍ਹਾਂ ਹੋਇਆ? ਹਜੇ ਤੱਕ ਤਾਂ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ। ਕੀ ਸਰਕਾਰ ਕੋਲੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਨਵਜੋਤ ਸਿੰਘ ਸਿੱਧੂ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਜਾਂ ਹੋਰ ਤਮਾਮ ਤਰ੍ਹਾਂ ਦੇ ਲੀਡਰ ਹੈ, ਉਹਨਾਂ ਨੇ ਬੋਨਸ ਤੱਕ ਦੀ ਮੰਗ ਕੀਤੀ ਸੀ ਕਿ ਕਿਉਂਕਿ ਕਣਕ ਦਾ ਝਾੜ ਘਟ ਗਿਆ ਤੇ ਜਿਹੜਾ ਕਿਸਾਨ ਆ ਉਹ ਨੁਕਸਾਨ 'ਚ ਜਾ ਰਿਹਾ, ਤੇ ਤੁਸੀਂ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ
ਮਾਫ ਕਰਨਾ 500 ਰੁਪਏ ਪ੍ਰਤੀ ਕੁਇੰਟਲ ਤੁਸੀਂ ਇਸ ਝਾੜ ਦਾ ਇਹਨਾਂ ਨੂੰ ਕਿਸਾਨਾਂ ਨੂੰ ਦਿਓ। ਇਹ ਗੱਲ ਉਹਨਾਂ ਨੇ ਕਹੀ ਸੀ, ਪਰ ਹਜੇ ਤੱਕ ਨਾ ਸਾਨੂੰ 100 ਨਾ 200 ਰੁਪਏ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ੇ ਦੀ ਕੋਈ ਉਡੀਕ ਨਹੀਂ ਹੈ, ਜਾਂ ਅਸੀਂ ਉਡੀਕ ਕਰ ਰਹੇ ਹਾਂ, ਯਾਨੀ ਕਿ ਕਿਸਾਨ ਉਡੀਕ ਕਰ ਰਹੇ ਆ। ਦੂਸਰੇ ਪਾਸੇ ਤੁਸੀਂ ਦੇਖੋ ਖੁਦਕੁਸ਼ੀਆਂ ਹੋ ਰਹੀਆਂ। ਮੈਂ ਇਹ ਵੀ ਗੱਲ, ਤੁਸੀਂ ਪਹਿਲਾਂ ਅਲਕਾ ਲਾਂਬਾ ਹੋਣਾ ਦੀ ਗੱਲ ਕਹੀ ਸੀ, ਉਸ ਗੱਲ ਤੇ ਵੀ ਆਪਾਂ ਜਾਵਾਂਗੇ। ਅੱਜ ਕਾਂਗਰਸ ਬੜੀ ਇਕੱਠੀ ਹੋ ਕੇ ਉਹਨਾਂ ਨੇ ਬੜਾ ਦਿਖਾਇਆ ਕਿ ਅਸੀਂ ਇਕਜੁੱਟ ਆ, ਏਕਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਕੀ ਚਾਹੇ ਕਾਂਗਰਸ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਕੀ ਇਹਨਾਂ ਚੋਂ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਜਿਹੜੇ ਕਿਸਾਨਾਂ ਦੀ ਬੜੀ ਹਾਮੀ ਭਰਦੇ ਰਹੇ ਆ, ਕੀ ਇਹ ਕਿਸੇ ਵੀ ਕਿਸਾਨ ਦੇ ਘਰ ਗਏ ਆ? ਇੱਕ ਗੱਲ ਮੈਂ ਹੋਰ ਐਡ ਕਰਦਾ ਡੱਲਾ ਜੀ, ਪਿਛਲੇ ਦਿਨਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਇਹਨਾਂ ਕਿਸਾਨਾਂ ਲਈ ਵੀ, ਜਿਹੜੇ ਖੁਦਕੁਸ਼ੀਆਂ ਕਰਦੇ ਆ, ਉਹਨਾਂ ਲਈ 1 ਕਰੋੜ ਮੁਆਵਜ਼ੇ ਦੀ ਮੰਗ ਕੀਤੀ ਸੀ। ਤੁਹਾਨੂੰ ਯਾਦ ਹੈ ਕਿ ਜਦੋਂ ਇਸੇ ਆਮ ਆਦਮੀ ਪਾਰਟੀ ਨੇ, ਜੇ ਪੁਲਿਸ ਕਰਮੀ ਕੋਈ ਆਪਣੀ ਡਿਊਟੀ ਦੇ ਉੱਤੇ ਸ਼ਹੀਦ ਹੋ ਜਾਂਦਾ ਜਾਂ ਉਹਦੀ ਮੌਤ ਹੋ ਜਾਂਦੀ, ਤੇ ਉਹਨੂੰ 1 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਗਿਆ। ਪਰ ਕੀ ਕਿਸਾਨ ਜੇ ਆਪਣੀ ਕਿਸੇ ਕਾਰਨ ਕਰਕੇ ਖੁਦਕੁਸ਼ੀ ਕਰਦਾ, ਜਾਂ ਇਸ ਕਰਕੇ ਕਿ ਉਹਦਾ ਝਾੜ ਘਟ ਗਿਆ, ਜਾਂ ਉਸਨੂੰ ਘਾਟਾ ਪੈ ਗਿਆ, ਜਾਂ ਉਹਦੀ ਜ਼ਿੰਦਗੀ ਦੀ ਗੁਜ਼ਰ ਬਸਰ ਠੀਕ ਨਹੀਂ ਹੋ ਰਹੀ, ਕਿ ਉਹਨੂੰ ਮੁਆਵਜ਼ਾ ਦੇਣਾ ਨਹੀਂ ਬਣਦਾ? ਜੈ ਕਿਸਾਨ ਜੈ ਜਵਾਨ ਦਾ ਨਾਰਾ ਫਿਰ ਜਿਹੜਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ ਸੀ, ਉਹ ਕੀ ਫਿਰ ਹੁਣ ਅੱਜ ਤੱਕ ਉਹਦਾ ਕੋਈ ਮਾਇਨੇ ਨਹੀਂ ਰਿਹਾ? ਇਹ ਸਾਰਾ ਕੁਝ ਵੀ ਸਾਨੂੰ ਦੇਖਣਾ ਪੈਣਾ। ਸੋ ਸਾਰਿਆਂ ਨੂੰ ਇੱਕ ਬਰਾਬਰ ਸਮਝੋ। ਕਿਸਾਨਾਂ ਲਈ ਜਿਹੜੀ ਆ, ਇਹ ਪੰਜਾਬ ਦੀ ਐਗਰੀਰੀਅਨ ਇਕਨੋਮੀ ਆ, ਬਹੁਤ ਸਾਡੀ ਜਿਹੜੀ ਆਰਥਿਕ ਜਿਹੜੀ ਨਿਰਭਰਤਾ ਉਹ ਪੂਰੀ ਦੀ ਪੂਰੀ ਖੇਤੀਬਾੜੀ ਤੇ ਆ। ਸੋ ਇਸ ਕਰਕੇ ਪੰਜਾਬ ਦੀ ਸਰਕਾਰ ਹੋਵੇ, ਇਹਨੂੰ ਬਹੁਤ ਜ਼ਿਆਦਾ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਜੀ ਡੱਲਾ ਜੀ। ਬਿਲਕੁਲ ਠੀਕ ਹੈ। ਔਰ ਸਥਿਤੀਆਂ ਇਹ ਨੇ ਕਿ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਹਿੰਦੇ ਕਣਕ ਹੈ ਉਹ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ, ਔਰ ਸਾਡੇ ਕਿਸਾਨਾਂ ਨੂੰ ਖੁੱਲੀ ਐਮਐਸਪੀ ਪਾ ਕੇ ਵੀ 2000 ਤੇ ਕਿਤੇ ਜੇ ਪ੍ਰਾਈਵੇਟ ਸੈਕਟਰ ਨੂੰ ਵੇਚਣੀ ਹੋਵੇ ਤੇ 2100 2200। ਸੋ ਜਿਹੜਾ ਬੋਨਸ ਹੈ ਉਹ ਇਸ ਕਰਕੇ ਮੰਗਿਆ ਜਾ ਰਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਰੇਟ ਬਹੁਤ ਵੱਧ ਗਏ ਨੇ। ਸੋ ਜਿਹੜਾ ਬੋਨਸ ਹੈ ਉਹ ਤਾਂ ਕੁੱਲ ਪ੍ਰੋਡਕਸ਼ਨ ਹੈ ਜਿਹੜੀ ਪੰਜਾਬ ਦੀ, ਜਿਹਦਾ ਅੰਦਾਜ਼ਾ ਸੀ ਇਸ ਵਾਰ ਮਨਪ੍ਰੀਤ ਜੀ, ਅੰਦਾਜ਼ਨ ਆਪਾਂ 34 ਲੱਖ ਹੈਕਟੇਅਰ 'ਚ ਕਣਕ ਬੀਜਦੇ ਹਾਂ, ਔਰ 150-160 ਲੱਖ ਮੀਟ੍ਰਿਕ ਟਨ ਸਾਡੀ ਪ੍ਰੋਡਕਸ਼ਨ ਹੁੰਦੀ ਹੈ। ਸੋ ਜਿਹੜਾ ਬੋਨਸ ਹੈ ਉਹ ਸਾਡੀ ਟੋਟਲ ਪ੍ਰੋਡਕਸ਼ਨ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਵੰਡ ਕੇ ਦਿੱਤਾ ਜਾਣਾ ਹੈ। ਉਹਦਾ ਇੰਤਜ਼ਾਰ ਰਹੂਗਾ ਕੇਂਦਰ ਸਰਕਾਰ ਕਿੰਨਾ ਦਿੰਦੀ ਹੈ ਤੇ ਸੂਬੇ ਦੀ ਸਰਕਾਰ ਕਿੰਨਾ ਦਿੰਦੀ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ 'ਚ ਸੂਬਾ ਸਰਕਾਰਾਂ ਵੱਲੋਂ ਵੀ ਬੋਨਸ ਕਿਸਾਨਾਂ ਨੂੰ ਦਿੱਤੇ ਗਏ ਨੇ। ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਕੀ ਇਸ ਪਾਸੇ ਸੋਚਣਗੇ ਕਿ ਅਸੀਂ ਸੂਬੇ ਵੱਲੋਂ ਬੋਨਸ ਕਿੰਨਾ ਦੇਣਾ? ਇੱਕ ਤਾਂ ਇਹ ਪੁਆਇੰਟ ਹੈ। ਦੂਸਰਾ ਮੁਆਵਜ਼ਾ ਖਰਾਬੇ ਲਈ ਹੈ ਜੀ। ਜਿਹੜਾ ਬੋਨਸ ਹੈ ਉਹ ਪ੍ਰਤੀ ਕੁਇੰਟਲ ਹੈ ਕਿ ਪ੍ਰਤੀ ਕੁਇੰਟਲ ਝਾੜ ਤੇ ਸਾਨੂੰ ਕਿੰਨਾ ਬੋਨਸ ਮਿਲੂਗਾ, ਕਿਉਂਕਿ ਤੁਸੀਂ ਸਸਤੀ ਕਣਕ ਚੱਕ ਰਹੇ ਹੋ ਕਿਸਾਨਾਂ ਤੋਂ। ਜੀ ਐਮਐਸਪੀ ਪਾ ਕੇ ਵੀ ਅਗਰ ਅਸੀਂ 2000 ਵੀ ਮੰਨ ਲਈਏ, ਚਲੋ ਹਾਲਾਂਕਿ 2000 ਨਹੀਂ ਹੈ, ਤੇ ਕੌਮਾਂਤਰੀ ਬਾਜ਼ਾਰ 'ਚ ਮੁੱਲ ਜ਼ਿਆਦਾ। ਸੋ ਬੋਨਸ ਵਧੇ ਮੁੱਲ ਨੂੰ ਲੈ ਕੇ ਹੈ ਤੇ ਮੁਆਵਜ਼ਾ ਖਰਾਬੇ ਨੂੰ ਲੈ ਕੇ ਹੈ। ਹੁਣ ਬੋਨਸ ਵੱਖਰਾ ਹੈ ਤੇ ਖਰਾਬਾ ਵੱਖਰਾ ਹੈ। ਹੁਣ ਕਿਸਾਨ ਦੀ ਦਿੱਕਤ ਕੀ ਹੈ? ਕਿਸਾਨ ਕਹਿੰਦਾ ਸਸਤੀ ਕਣਕ ਚੱਕੀ ਜਾ ਰਹੀ ਹੈ, ਸਰਕਾਰਾਂ ਕਮਾਉਣਗੀਆਂ, ਸਸਤੀ ਕਣਕ ਚੱਕੀ ਜਾ ਰਹੀ ਹੈ, ਜਿਨ੍ਹਾਂ ਦੇ ਸੈਲੋਆਂ 'ਚ ਜਾ ਰਹੀ ਹੈ, ਪ੍ਰਾਈਵੇਟ ਕੰਪਨੀਆਂ 'ਚ ਜਾ ਰਹੀ ਹੈ ਕਣਕ, ਉਹ ਵੱਧ ਮੁਨਾਫਾ ਕਮਾਉਣਗੇ। ਕਿਸਾਨ ਕਹਿੰਦਾ ਸਸਤੀ ਕਣਕ ਚੱਕੀ ਜਾ ਰਹੀ ਹੈ, ਮੈਨੂੰ ਘਾਟਾ ਪੈ ਰਿਹਾ ਹੈ। ਦੂਸਰਾ, ਮੇਰਾ ਉਤਪਾਦਨ ਘਟ ਗਿਆ ਤੇ ਮੈਂ ਕਰਜ਼ਾ ਕਿੱਥੋਂ ਮੋੜਨਾ ਤੇ ਮੈਂ ਘਰ ਕਿੱਥੋਂ ਚਲਾਉਣਾ ਹੈ। ਔਰ ਕਣਕ ਦੀ ਉਤਪਾਦਨ ਦੇ ਦਿਨਾਂ 'ਚ ਦੇਖੋ ਮਨਪ੍ਰੀਤ ਜੀ, ਜਿਨ੍ਹਾਂ ਦਿਨਾਂ ਦੇ ਵਿੱਚ ਮੰਡੀ 'ਚ ਫਸਲ ਜਾ ਕੇ ਵਿਕਦੀ ਹੈ ਨਾ, ਉਹਨਾਂ ਦਿਨਾਂ 'ਚ ਜਦੋਂ ਕੋਈ ਕਿਸਾਨ ਸੁਸਾਈਡ ਕਰਦਾ ਹੈ ਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿੰਨੀ ਵੱਡੀ ਤਰਾਸਦੀ ਦੇ ਵਿੱਚੋਂ ਕਿਸਾਨੀ ਲੰਘ ਰਹੀ ਹੈ। ਜਦੋਂ ਚਾਹ ਹੁੰਦਾ ਵੀ ਮੇਰੀ ਕਣਕ ਵਿਕ ਜੇ ਤੇ ਮੇਰੇ ਕੋਲੇ 4 ਪੈਸੇ ਆਉਣ ਤੇ ਮੈਂ ਜਵਾਕਾਂ ਨੂੰ ਵੀ ਦੇਣੇ ਤੇ ਮੈਂ ਕਰਜ਼ਾ ਵੀ ਮੋੜਨਾ ਹੈ ਤੇ ਮੈਂ ਆਪਣਾ ਕੋਈ ਕਮਰਾ ਵੀ ਪਾਉਣਾ ਹੈ, ਤੇ ਜਦੋਂ ਕਿਸਾਨ ਨੂੰ ਇਹ ਲੱਗੇ ਵੀ ਮੈਂ ਕਣਕ ਵੀ ਵੇਚਣ ਚੱਲਿਆ ਤੇ ਮੇਰੇ ਕੋਲੇ ਬਚਣਾ ਕੁਛ ਨਹੀਂ ਤੇ ਮੈਂ ਕਰਜ਼ੇ ਕਿੱਥੋਂ ਦੇਣੇ ਨੇ, ਤੇ ਫੇਰ ਸਥਿਤੀ ਹੈ ਜਿਹੜੀ ਕਿਤੇ ਨਾ ਕਿਤੇ ਉਹਨੂੰ ਉਸ ਜਾਲ 'ਚ ਫਸਾਉਂਦੀ ਹੈ ਜਿੱਥੇ ਉਹ ਇਹ ਸਭ ਤੋਂ ਜ਼ਿੰਦਗੀ ਦਾ ਔਖਾ ਕਦਮ ਚੱਕਦਾ ਹੈ। ਇਹਦੇ ਲਈ ਮੈਨੂੰ ਜ਼ਰੂਰੀ ਹੈ ਕਿ ਭਗਵੰਤ ਮਾਨ ਨੂੰ ਇੱਕ ਮੁਹਿੰਮ ਹੀ ਛੇੜਨੀ ਚਾਹੀਦੀ। ਮੈਂ ਤਾਂ ਕਹਿਣਾ, ਜਿਵੇਂ ਹਰ ਰੋਜ਼ ਭਗਵੰਤ ਮਾਨ ਉਹਨਾਂ ਦੀਆਂ ਵੀਡੀਓ ਆਉਂਦੇ ਆ ਨਾ ਜੀ, ਕਿ ਸਿਕਿਉਰਿਟੀ ਵਾਪਸ ਲੈ ਲਈ ਵੀਡੀਓ, ਬੇਰੁਜ਼ਗਾਰਾਂ ਲਈ ਵੀਡੀਓ, ਨਵੀਆਂ ਭਰਤੀਆਂ ਲਈ ਵੀਡੀਓ, ਦਿੱਲੀ ਨਾਲ ਸਮਝੌਤੇ ਲਈ ਵੀਡੀਓ। ਨਵਜੋਤ ਸਿੰਘ ਸਿੱਧੂ ਨੂੰ ਵੀ ਕੱਲ ਸੁਝਾਅ ਦਿੱਤਾ ਵੀ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਆਪਣੇ ਧੜੇ ਦੀ ਮਾਨਤਾ ਦਿਵਾਓ, ਕਾਂਗਰਸ ਤੋਂ ਵੀਡੀਓ ਕੱਢਤੀ। ਸੁਖਬੀਰ ਬਾਦਲ ਤੇ ਵੀ ਭਗਵੰਤ ਮਾਨ ਨੇ ਵੀਡੀਓ ਕੱਢਤੀ। ਭਗਵੰਤ ਮਾਨ ਜੀ, ਅੱਜ ਕਿਸਾਨੀ ਤੇ ਵੀਡੀਓ ਕੱਢਣ ਦੀ ਲੋੜ ਹੈ ਵੀ ਭਰਾਵੋ ਸੁਸਾਈਡ ਨਾ ਕਰੋ। ਅੱਜ ਅਗਰ ਭਗਵੰਤ ਮਾਨ ਕਿਸਾਨਾਂ ਨੂੰ ਇਹ ਕਹਿੰਦਾ ਵੀ ਮੈਂ ਨਾਲ ਖੜਾ, ਤੁਸੀਂ ਆਤਮ ਹੱਤਿਆ ਨਾ ਕਰੋ, ਆਪਾਂ ਮਿਲ ਬੈਠ ਕੇ ਮਸਲਾ ਨਿਬੇੜਦੇ ਹਾਂ। ਮੈਂ ਕੇਜਰੀਵਾਲ ਸਾਹਿਬ ਕੋ ਜਾਣਾ, ਮੈਂ ਨਰਿੰਦਰ ਮੋਦੀ ਕੋਲੇ ਜਾਣਾ,
ਇਹ ਗੱਲ ਤਾਂ ਤੁਰਨੀ ਹੈ ਕਿਉਂਕਿ ਮੰਡੀਆਂ 'ਚ ਜਿਸ ਹਿਸਾਬ ਦੇ ਨਾਲ ਲਿਫਟਿੰਗ ਦੀ ਸਮੱਸਿਆ, ਦੇਖੋ ਇੱਕ ਲਿਫਟਿੰਗ ਦੀ ਸਮੱਸਿਆ ਰੰਧਾਵਾ ਜੀ, ਔਰ ਮੈਂ ਦੌਰਾ ਕਰਕੇ ਆਇਆ ਮੰਡੀਆਂ ਦਾ, ਇੱਕ ਲਿਫਟਿੰਗ ਦੀ ਪ੍ਰੋਬਲਮ ਹੈ, ਦੂਸਰੀ ਖਰੀਦ ਘੱਟ ਹੋ ਰਹੀ ਹੈ, ਕਿਉਂਕਿ ਜਦੋਂ ਲਿਫਟਿੰਗ ਨਹੀਂ ਹੋਣੀ ਤੇ ਖਰੀਦ ਉਹਦੇ ਨਾਲ ਪ੍ਰਭਾਵਿਤ ਹੋਣੀ ਹੈ। ਸੋ ਇਹ ਅਗਰ ਅਸੀਂ 5-7 ਦਿਨਾਂ ਦੇ ਵਿੱਚ ਇਹਨਾਂ ਸਥਿਤੀਆਂ ਨੂੰ ਨਾ ਦੇਖਿਆ ਤੇ ਇਹ ਧਰਨੇ ਪ੍ਰਦਰਸ਼ਨ ਵਾਲੀਆਂ ਨੌਬਤਾਂ ਆ ਸਕਦੀਆਂ ਨੇ ਆਉਂਦੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਸਰਕਾਰ ਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਵਕਤ ਇਹਨਾਂ ਸਥਿਤੀਆਂ ਨੂੰ ਦੇਖਣ ਦੀ ਲੋੜ ਹੈ। ਠੀਕ ਹੈ, ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਨੇ ਉਹ ਠੀਕ ਹੈ, ਜਿੱਥੇ ਸਮਾਂ ਮੰਗਦੀ ਹੈ ਸਰਕਾਰ ਸਮਾਂ ਦਿਓ, ਪਰ ਕਿਸਾਨੀ ਉਹ ਸੈਕਟਰ ਹੈ ਜਿਹਦੇ 'ਚ ਨਾ ਅੱਖਾਂ ਬੰਦ ਕੀਤੀਆਂ ਜਾ ਸਕਦੀਆਂ ਨੇ ਨਾ ਸਮਾਂ ਦਿੱਤਾ ਜਾ ਸਕਦਾ ਹੈ। ਮੈਂ ਸੁਣ ਰਿਹਾ ਸੀ ਅਨੁਰਾਗ ਠਾਕਰ ਨੂੰ, ਜਿਹੜੇ ਕੇਂਦਰੀ ਮੰਤਰੀ ਨੇ, ਉਹ ਕਹਿੰਦੇ ਕੇਂਦਰ ਸਰਕਾਰ ਸਬਸਿਡੀ ਵਧਾਉਣ ਬਾਰੇ ਫੈਸਲਾ ਕਰ ਚੁੱਕੀ ਹੈ ਤਾਂ ਕਿ DAP ਦਾ ਰੇਟ ਵੀ ਨਾ ਵਧੇ, ਦੂਸਰੀਆਂ ਖਾਦਾਂ ਦਾ ਰੇਟ ਵੀ ਨਾ ਵਧੇ। ਕੇਂਦਰ ਸਰਕਾਰ ਨੂੰ ਬੋਲਣਾ ਪਿਆ, ਪ੍ਰੈਸ ਕਾਨਫਰੰਸ ਕਰਨੀ ਪਈ। ਰੰਧਾਵਾ ਜੀ, ਆਮ ਤੌਰ ਤੇ ਕੇਂਦਰ ਵਾਲੇ ਇੰਨੀ ਜਲਦੀ ਬੋਲਦੇ ਨਹੀਂ ਹੁੰਦੇ ਕਿਸਾਨੀ ਮਸਲਿਆਂ ਦੇ ਜਦੋਂ ਸੰਕਟ ਆਉਂਦੇ ਨੇ, ਉਹ ਵੀ ਉਦੋਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਦੁਨੀਆ 'ਚ ਕਣਕ ਦੀ ਲੋੜ ਹੈ ਤੇ ਅਸੀਂ ਕਣਕ ਤਾਂ ਲੈ ਹੀ ਲੈਣੀ ਹੈ। ਉਹਨਾਂ ਨੂੰ ਵੀ, ਅਨੁਰਾਗ ਠਾਕੁਰ ਨੂੰ ਵੀ ਪ੍ਰੈਸ ਕਾਨਫਰੰਸ ਕਰਨੀ ਪਈ। ਮੈਂ ਕਲੋਜ਼ਿੰਗ ਕਮੈਂਟ ਇਸ ਟੌਪਿਕ ਤੇ ਤੁਹਾਨੂੰ ਲਾਉਂਗਾ ਕਿ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ ਇਸ ਮਸਲੇ ਤੇ ਤੁਰੰਤ ਕੀ ਕਰਨ ਦੀ ਲੋੜ ਹੈ ਸਪੈਸਿਫਿਕ? ਦੇਖੋ, ਇੱਕ ਡੱਲਾ ਜੀ, ਮੈਂ ਹੋਰ ਗੱਲ, ਤੁਸੀਂ ਕੇਂਦਰ ਦੀ ਗੱਲ ਕੀਤੀ ਹੈ। ਪਿਛਲੇ ਦਿਨਾਂ ਦੇ ਦੌਰਾਨ ਇੱਕ ਬਿਆਨ ਆਇਆ ਸੀ ਨਰਿੰਦਰ ਸਿੰਘ ਤੋਮਰ ਦਾ, ਜਿਹੜੇ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਨਸੈਕਟੀਸਾਈਡ ਜਾਂ ਪੈਸਟੀਸਾਈਡ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ, ਫਸਲਾਂ ਦੇ ਵਿੱਚ ਜ਼ਹਿਰ ਫੈਲ ਗਿਆ ਤੇ ਆਪ ਇਹ ਖਾਂਦੇ ਨਹੀਂ, ਇਹ ਸਿਰਫ ਵੇਚਦੇ ਆ। ਮਤਲਬ ਕਿ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਕੋਈ ਅਤਕਥਨੀ ਹੋ ਸਕਦੀ ਹੈ, ਇਸ ਤੋਂ ਵੱਧ ਕੋਈ ਗੁੰਮਰਾਹਕੁੰਨ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਹੋ ਸਕਦੀ। ਇਹ ਅਸੀਂ ਨਹੀਂ ਕਹਿ ਰਹੇ ਕੇਂਦਰੀ ਮੰਤਰੀ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਕੇਂਦਰੀ ਮੰਤਰੀ ਇਹ ਗੱਲ ਉਦੋਂ ਕਰੇ ਜਦੋਂ ਕੋਈ ਵਿਗਿਆਨਿਕ ਕਾਨਫਰੰਸਾਂ ਨੇ, ਤਾਂ ਕਿ ਕਿਸਾਨਾਂ ਨੂੰ ਜਿਹੜੇ ਵਿਗਿਆਨਿਕ ਨੇ ਉਹ ਸੁਝਾਉਣ ਨਾ ਔਰ ਕੋਈ ਬਦਲਵਾਂ ਪ੍ਰਬੰਧ ਕਰਕੇ ਦੇਣ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਸਾਡੀ ਰੀਤ ਆ, ਚਾਹੇ ਉਹ ਸਾਡੇ ਢੋਲ ਹੋਣ, ਡਰਮ ਹੋਣ, ਕਈ ਭੜੋਲੇ ਕਹਿੰਦੇ ਆ, ਉਹਨਾਂ ਦੇ ਵਿੱਚ ਕਣਕ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਸਲ ਦੀ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਆ ਉਹ ਆਪਣੇ ਪਰਿਵਾਰ ਲਈ ਰੱਖਦਾ, ਜਿਹੜੀ ਉਹਨੇ ਸਾਰਾ ਸਾਲ ਖਾਣੀ ਹੁੰਦੀ ਆ। ਉਸ ਤੋਂ ਬਾਅਦ ਜਿਹੜੀ ਬਾਕੀ ਆ ਉਹ ਵੇਚਦਾ ਤਾਂ ਕਿ ਉਹਦਾ ਮੁੱਲ ਵੱਟ ਕੇ ਉਹ ਆਪਣਾ ਘਰ ਚਲਾ ਸਕੇ। ਸੋ ਮੈਨੂੰ ਲੱਗਦਾ ਨਰਿੰਦਰ ਸਿੰਘ ਤੋਮਰ ਹੋਣਾ ਨੂੰ ਖੇਤੀਬਾੜੀ ਬਾਰੇ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ। ਜਿਹੜਾ ਤੁਹਾਡਾ ਮੂਲ ਸਵਾਲ ਆ ਕਿ ਅਰਵਿੰਦ ਕੇਜਰੀਵਾਲ ਹੋਣਾ ਨੂੰ, ਭਗਵੰਤ ਮਾਨ ਹੋਣਾ ਨੂੰ, ਮੈਨੂੰ ਲੱਗਦਾ ਕਿਸਾਨਾਂ ਦੇ ਨਾਲ ਇਮੀਡੀਏਟਲੀ ਬੈਠਕ ਕਰਨ ਦੀ ਲੋੜ ਆ। ਇਹ ਅਰਵਿੰਦ ਕੇਜਰੀਵਾਲ ਭੁੱਲ ਗਏ ਜਦੋਂ ਇਹਨਾਂ ਨੇ ਬਲਵੀਰ ਸਿੰਘ ਰਾਜੇਵਾਲ ਹੋਣਾ ਦੇ ਨਾਲ ਜਾਂ ਜਿਹੜੇ ਗੁਰਨਾਮ ਸਿੰਘ ਚੰਦੂਨੀ ਸੀ ਉਹਨਾਂ ਦੇ ਨਾਲ ਬੈਠਕਾਂ ਕਰ ਕਰਕੇ ਉਹਨਾਂ ਦੇ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ। ਉਹ ਤਾਂ ਵੱਖਰੀ ਗੱਲ ਆ ਕਿ ਉਹ ਜਿਹੜਾ ਅਲਾਇੰਸ ਆ ਜਾਂ ਗੱਠਜੋੜ ਆ ਉਹ ਸਿਰੇ ਨਹੀਂ ਚੜਿਆ, ਪਰ ਆਪਣੇ ਆਪ ਨੂੰ ਉਹਨਾਂ ਨੇ ਬੜੀ ਵਾਰੀ ਕਿਹਾ ਕਿ ਉਹ ਤਾਂ ਕਿਸਾਨੀ ਦੇ ਚਹੇਤਾ ਨੇ, ਯਾਨੀ ਕਿ ਕਿਸਾਨੀ ਦੇ ਖੈਰਗਵਾਹ ਨੇ, ਹਮੇਸ਼ਾ ਕਿਸਾਨੀ ਦੇ ਹਿਤੈਸ਼ੀ ਨੇ। ਤੇ ਹੁਣ ਉਹ ਹਿਤੈਸ਼ੀ ਜਿਹੜੇ ਉਹ ਕਹਿ ਰਹੇ ਸੀ ਉਹ ਗੱਲ ਕਿੱਥੇ ਗਏ? ਕਿਉਂਕਿ ਇਸ ਵਕਤ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਸਰਕਾਰਾਂ ਦੀ ਮਦਦ ਦੀ, ਇਹਨਾਂ ਦੇ ਸਹਿਯੋਗ ਦੀ ਲੋੜ ਆ। ਜੇ ਸਿਰ ਜੋੜ ਕੇ ਇਹਨਾਂ ਨੂੰ ਬੈਠਣ ਦੀ ਲੋੜ ਆ ਕਿਸਾਨਾਂ ਦੇ ਨਾਲ, ਤੇ ਜੋ ਇਮੀਡੀਏਟ ਰਿਲੀਫ ਇਹਨਾਂ ਨੂੰ ਦੇਣ ਦੀ ਲੋੜ ਆ ਜਾਂ ਰਾਹਤ ਦੇਣ ਦੀ ਲੋੜ ਆ ਉਹ ਵੀ ਇਮੀਡੀਏਟਲੀ ਦੇਣੀ ਚਾਹੀਦੀ ਆ। ਘੱਟੋ ਘੱਟ ਭਗਵੰਤ ਮਾਨ, ਜਿਹੜੇ ਆਪਣੇ ਆਪ ਨੂੰ ਛੋਟਾ ਕਿਸਾਨ ਕਹਿੰਦੇ ਆ ਮੈਂ ਪਿੰਡ ਸਤੌਜ ਤੋਂ ਆਇਆ ਤੇ ਮੈਂ ਤਾਂ ਬੜੇ ਛੋਟੇ ਜਿਹੇ ਕਿਸਾਨ ਦਾ ਮੁੰਡਾ, ਘੱਟੋ ਘੱਟ ਉਹਨਾਂ ਨੂੰ ਇਸ ਗੱਲ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ। ਜੀ ਬਿਲਕੁਲ ਠੀਕ ਹੈ ਜੀ, ਇਸ ਪਾਸੇ ਧਿਆਨ ਦੇਣ ਦੀ ਸਖਤ ਲੋੜ ਹੈ। ਹੁਣ ਪਰਾਲੀ ਵਾਲੀ ਗੱਲ ਵੀ ਕਰ ਲਈਏ ਜੀ, ਇਹ ਵੀ ਇੱਕ ਹਾਂ ਪੱਖੀ ਕਦਮ ਹੈ ਜਿਹੜੀ ਕਹਿੰਦੇ ਚੀਫ ਸੈਕਟਰੀ ਨਾਲ ਵੀ ਗੱਲਬਾਤ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਔਰ ਭਗਵੰਤ ਮਾਨ ਨੇ। ਕੀ ਕਹਿਣਾ ਚਾਹੋਗੇ ਇਹਦੇ ਉੱਤੇ? ਕੀ ਪੂਰੀ ਗੱਲਬਾਤ ਹੋਈ? ਦੇਖੋ, ਬੜਾ ਇੰਟਰਸਟਿੰਗ ਹੈ, ਬੜਾ ਦਿਲਚਸਪ ਆ। ਇਹ ਠੀਕ ਆ ਕਿ ਇਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਅਸੀਂ ਚੀਫ ਸੈਕਟਰੀ ਨਾਲ ਬੈਠਕਾਂ ਕਰਾਂਗੇ ਔਰ ਬੈਠਕ ਕਰਕੇ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਿਸਾਨ ਪਰਾਲੀ ਸਾੜਦੇ ਨੇ, ਕੀ ਉਹਨਾਂ ਕੋਲੇ ਕੋਈ ਹੋਰ ਆਲਟਰਨੇਟਿਵ ਹੋ ਸਕਦਾ, ਕੀ ਅਸੀਂ ਕੋਈ ਹੋਰ ਸਹਿਯੋਗ ਕਰ ਸਕਦੇ ਹਾਂ, ਤੇ ਜੇ ਸਾੜਨੀ ਪਵੇ ਤਾਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੁਆਵਜ਼ਾ ਦੇ ਸਕਦੇ ਹਾਂ ਤਾਂ ਕਿ ਉਹ ਨਾ ਸਾੜਨ। ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਨੇ ਗੱਲ ਕਹੀ ਹੈ। ਪਰ ਮੈਂ ਤੁਹਾਨੂੰ ਥੋੜਾ ਜਿਹਾ ਇਸ ਬਾਰੇ ਪਿੱਛੇ ਲੈ ਕੇ ਜਾਣਾ ਚਾਹੂੰਗਾ। 7 ਨਵੰਬਰ ਸਨ 2019 ਨੂੰ ਸੁਪਰੀਮ ਕੋਰਟ ਦੀ ਡਬਲ ਬੈਂਚ ਇੱਕ ਫੈਸਲਾ ਸੁਣਾਉਂਦੀ ਹੈ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਦੀਪਕ ਗੁਪਤਾ। ਡੱਲਾ ਜੀ, ਇਹ ਫੈਸਲਾ ਇਹ ਸੁਣਾਉਂਦੀ ਆ ਔਰ ਇਹਦੇ ਵਿੱਚ ਭਾਰਤ ਸਰਕਾਰ ਦੇ ਅਟਾਰਨੀ ਜਨਰਲ ਕੇ ਵੇਣੂਗੋਪਾਲ ਵੀ ਹੁੰਦੇ ਆ, ਉਹਨਾਂ ਨੂੰ ਬੁਲਾਇਆ ਜਾਂਦਾ ਸਪੈਸ਼ਲੀ। ਔਰ ਉਹ ਫੈਸਲਾ ਸੁਣਾਉਂਦੇ ਆ ਕਿ ਜਿਹੜੀ ਤੁਸੀਂ ਪਰਾਲੀ ਸਾੜਦੇ ਹੋ, ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਦਿਓ ਔਰ ਕਿਸਾਨਾਂ ਨੂੰ ਮੁਆਵਜ਼ਾ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿਓ
ਔਰ ਇਹ ਸਨ 2000 ਦੀ, ਮੈਂ ਤੁਹਾਨੂੰ 19 ਦੀ, ਸਨ 2019 7 ਨਵੰਬਰ ਦੀ ਇਹ ਆਰਡਰ ਆ ਸੁਪਰੀਮ ਕੋਰਟ ਦਾ। ਉਹਦੇ ਬਾਅਦ ਕੇਂਦਰ ਨੇ ਬਹੁਤ ਕਿੰਤੂ ਪਰੰਤੂ ਕੀਤੀ, ਪਰ ਜੱਜਿਸ ਨੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ ਔਰ ਉਹਨਾਂ ਨੂੰ ਕਿਹਾ ਤੁਸੀਂ ਮੁਆਵਜ਼ਾ ਦਿਓ, ਪਰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਅੱਗੇ ਚੱਲ 29 ਅਕਤੂਬਰ ਸਨ 2020 ਨੂੰ ਆਰਡੀਨੈਂਸ ਕੱਢਿਆ ਜਾਂਦਾ ਪਰਾਲੀ ਤੇ ਕੇਂਦਰ ਸਰਕਾਰ ਵੱਲੋਂ। ਤੁਸੀਂ ਦੇਖੋ ਫੈਸਲਾ ਆਉਂਦਾ, ਇੱਕ ਆਰਡੀਨੈਂਸ ਕੱਢਿਆ ਜਾਂਦਾ ਔਰ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਜੇ ਕਿਸਾਨ ਪਰਾਲੀ ਸਾੜਨਗੇ ਤੇ ਉਹਨਾਂ ਨੂੰ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਉਹਨਾਂ ਨੂੰ 1 ਕਰੋੜ ਰੁਪਏ ਤੱਕ ਦਾ ਫਾਈਨ ਹੋ ਸਕਦਾ। ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਆਪਣੀ ਲੜਾਈ ਲੜ ਰਹੇ ਸੀ ਤੇ ਉਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਇਹ ਕਿ ਜਿਹੜਾ ਤੁਸੀਂ ਪਰਾਲੀ ਵਾਲਾ ਸਟਬਲ ਬਰਨਿੰਗ ਵਾਲਾ ਜਿਹੜਾ ਆਰਡੀਨੈਂਸ ਲੈ ਕੇ ਆਂਦਾ ਇਹਨੂੰ ਵਾਪਸ ਲਓ। ਡੱਲਾ ਜੀ ਅੱਗੇ ਚੱਲਦੇ ਆ ਇਸੇ ਮਾਮਲੇ ਵਿੱਚ 15 ਨਵੰਬਰ ਸਨ 2021 ਨੂੰ ਇੱਕ ਹੋਰ ਲੈਂਡਮਾਰਕ ਜਜਮੈਂਟ ਆਉਂਦੀ ਹੈ ਜਿਹਦੇ ਵਿੱਚ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ NV ਰਮੰਨਾ, ਇਸੇ ਤਰ੍ਹਾਂ DY ਚੰਦਰਚੂੜ ਤੇ ਜਸਟਿਸ ਸੂਰਿਆਕਾਂਤ ਇਹ ਕੀ ਕਹਿੰਦੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਬਹੁਤ ਰੌਲਾ ਪਾ ਰਹੇ ਸੀ। ਕਹਿੰਦੇ ਪਰਾਲੀ ਸਾੜਨ ਕਰਕੇ ਪੰਜਾਬ ਦੇ ਕਿਸਾਨ ਪ੍ਰਦੂਸ਼ਣ ਫੈਲਾ ਰਹੇ ਆ ਤੇ ਉਹ ਪ੍ਰਦੂਸ਼ਣ ਜਿਹੜੀ ਸਾਰੀ ਮਾਰ ਆ ਉਹ ਦਿੱਲੀ ਨੂੰ ਪੈ ਰਹੀ ਆ। ਸਾਰੇ ਦਾ ਸਾਰਾ ਠੀਕੜਾ ਪੰਜਾਬ ਦੇ ਕਿਸਾਨਾਂ ਤੇ ਜਿਹੜਾ ਫੋੜਿਆ ਜਾ ਰਿਹਾ ਸੀ, ਉਹਨਾਂ ਦੇ ਸਿਰ ਪਾਇਆ ਜਾ ਰਿਹਾ ਸੀ। ਲੇਕਿਨ ਉਸ ਦਿਨ ਸੁਪਰੀਮ ਕੋਰਟ ਦੇ ਇਹ 3 ਜੱਜਿਸ ਨੇ ਉਹਨਾਂ ਨੇ ਐਕਸਪਰਟਸ ਦੀ ਰਿਪੋਰਟ ਪੇਸ਼ ਕੀਤੀ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਕਿਸਾਨ ਗਰਮੀਆਂ ਦੇ ਵਿੱਚ 7% ਤੇ ਸਰਦੀਆਂ ਦੇ ਵਿੱਚ ਸਿਰਫ 4% ਉਹਨਾਂ ਦੀ ਜਿਹੜਾ ਪਰਾਲੀ ਸਾੜਦੇ ਆ ਉਸ ਦਾ ਪੋਲਿਊਸ਼ਨ ਦਾ ਅਸਰ ਦਿੱਲੀ ਦੇ ਵਿੱਚ ਹੁੰਦਾ। ਬਾਕੀ 75% ਜਾਂ ਇੰਡਸਟਰੀ ਕਰਕੇ, ਮਾੜੇ ਵਾਤਾਵਰਨ ਕਰਕੇ ਜਾਂ ਜਿਹੜਾ ਵਹੀਕਲਸ ਆ ਵਾਹਨ ਆ ਉਹਨਾਂ ਦੇ ਪੋਲਿਊਸ਼ਨ ਕਰਕੇ ਹੁੰਦਾ। ਯਾਨੀ ਕਿ ਜਿਹੜਾ ਇਹਨਾਂ ਨੇ ਮਿਥ ਬਣਾ ਰੱਖਿਆ ਸੀ ਜਾਂ ਲੋਕਾਂ ਨੂੰ ਬਾਰ-ਬਾਰ ਅਰਵਿੰਦ ਕੇਜਰੀਵਾਲ ਸਟੇਟਮੈਂਟ ਦੇ ਕੇ ਦੱਸ ਰਹੇ ਕਿ ਪੰਜਾਬ ਦੇ ਕਿਸਾਨ ਔਰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਬਦਨਾਮ ਕੀਤਾ। ਇਹ ਤਾਂ ਚੰਗਾ ਹੋਵੇ ਕਿ ਸੁਪਰੀਮ ਕੋਰਟ ਨੇ ਐਕਸਪਰਟਸ ਦੀ ਕਮੇਟੀ ਬੁਲਾ ਕੇ ਇਹ ਗੱਲ ਸਾਰੇ ਸਾਹਮਣੇ ਪੇਸ਼ ਕੀਤੀ ਕਿ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਨਹੀਂ ਆ। ਹੁਣ ਗੱਲ ਕਰ ਲਓ ਅੱਜ ਦੀ। ਹੁਣ ਜਦੋਂ ਉਹ ਕਹਿੰਦੇ ਆ ਭਗਵੰਤ ਮਾਨ ਦੇ ਨਾਲ ਬੈਠਾਂਗੇ ਤਾਂ ਮੈਨੂੰ ਲੱਗਦਾ ਕਿ ਹੁਣ ਜਿਸ ਤਰ੍ਹਾਂ ਆਪਾਂ ਦੂਸਰੇ ਪਾਸੇ ਕਹੀਏ ਕੰਪਨਸੇਸ਼ਨ ਕਰਨ ਦੀ ਲੋੜ ਆ, ਕੰਪਨਸੇਟ ਕਰਨ, ਪ੍ਰਾਸ਼ਚਿਤ ਕਰਨ ਇਸ ਗੱਲ ਦਾ ਔਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ। ਇਕੱਲੇ ਸੁਸਾਈਡ ਤੇ ਨਹੀਂ, ਪਰਾਲੀ ਤੇ ਹਰ ਚੀਜ਼ ਦਾ ਮਸਲਾ ਲੱਭਣ। ਗੱਲ ਕਰਨੀ ਬੜੀ ਸੌਖੀ ਹੁੰਦੀ ਆ। ਗੱਲ ਤਾਂ ਤੁਸੀਂ ਉਦੋਂ ਇਹ ਵੀ ਕਰਤੀ ਸੀ ਅਰਵਿੰਦ ਕੇਜਰੀਵਾਲ ਨੇ ਕਿ 24 ਘੰਟੇ ਦੇ ਅੰਦਰ ਅਸੀਂ ਬਰਗਾੜੀ ਦੇ ਜਾਂ ਬੇਅਦਬੀ ਦੇ ਮਾਮਲਿਆਂ ਦਾ ਜਸਟਿਸ ਦਵਾ ਦੇਵਾਂਗੇ, ਉਹਨਾਂ ਨੂੰ ਨਿਆਂ ਦਵਾ ਦਾਂਗੇ। ਅੱਜ ਤੱਕ ਤਾਂ ਸਾਨੂੰ ਕੋਈ ਨਿਆਂ ਮਿਲਿਆ ਨਹੀਂ। ਕਹਿਣ ਦਾ ਮਤਲਬ ਹੈ ਕਿ ਸਟੇਟਮੈਂਟਸ ਦੇਣੀਆਂ, ਟਿੱਪਣੀਆਂ ਦੇਣੀਆਂ ਬਹੁਤ ਸੌਖੀਆਂ ਨੇ, ਪਰ ਜਦੋਂ ਪ੍ਰੈਕਟੀਕਲੀ ਤੁਸੀਂ ਸਰਕਾਰ ਚਲਾਉਂਦੇ ਹੋ ਤੇ ਫਿਰ ਬਿਲਕੁਲ ਆ, ਪਰ ਉਹਨੂੰ ਇਮਾਨਦਾਰੀ ਨਾਲ ਘੱਟੋ ਘੱਟ ਐਕਸੈਪਟ ਤਾਂ ਕਰੋ। ਜੀ ਡੱਲਾ ਜੀ। ਬਿਲਕੁਲ। ਸੋ ਕੋਸ਼ਿਸ਼ਾਂ ਹੁੰਦੀਆਂ ਨਜ਼ਰ ਆਉਣੀਆਂ ਚਾਹੀਦੀਆਂ ਨੇ, ਪਰ ਅਗਰ ਕੋਸ਼ਿਸ਼ਾਂ ਹੁੰਦੀਆਂ ਦਿਖਦੀਆਂ ਹੋਣ ਤੇ ਰਿਜ਼ਲਟ ਭਾਵੇਂ ਉਹਨੇ ਮਾਫਕ ਨਾ ਹੋਣ, ਪਰ ਇੱਕ ਸੰਤੁਸ਼ਟੀ ਹੋ ਜਾਂਦੀ ਹੈ ਵੀ ਚਲੋ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਹਾਲੇ ਤੱਕ ਕਿਸਾਨ ਸੁਸਾਈਡ ਤੇ ਕੋਸ਼ਿਸ਼ ਨਜ਼ਰ ਨਹੀਂ ਆਈ। ਪਰਾਲੀ ਦੇ ਉੱਤੇ ਗੱਲ ਤੁਰੀ ਹੈ, ਸਮਾਂ ਦੂਰ ਹੈ ਕਿਉਂਕਿ ਜੂਨ ਚ ਜੁਲਾਈ ਚ ਝੋਨਾ ਲੱਗ ਜਾਣਾ ਤੇ ਦੁਸ਼ਹਿਰੇ ਵੇਲੇ ਨੂੰ ਝੋਨਾ ਕੱਟਿਆ ਜਾ ਰਿਹਾ ਹੋਣਾ ਤੇ ਇੱਕ ਪਾਸਿਓਂ ਜਦੋਂ ਰਾਵਣ ਸਾੜਨ ਦਾ ਤਿਉਹਾਰ ਆਉਂਦਾ ਦੁਸ਼ਹਿਰੇ ਵਾਲਾ, ਉਹਨਾਂ ਦਿਨਾਂ ਦੇ ਵਿੱਚ ਹੀ ਪਰਾਲੀ ਵੀ ਸਾੜੀ ਜਾਂਦੀ ਹੁੰਦੀ ਹੈ। ਸੋ ਵੇਖਾਂਗੇ ਕਿ ਇਸ ਵਾਰ ਪਰਾਲੀ ਦਾ ਪ੍ਰਬੰਧ ਸਰਕਾਰ ਕੀ ਕਰਦੀ ਹੈ। ਉਂਝ ਮੈਂ ਪਾਰਲੀਮੈਂਟ 'ਚ ਸੁਣ ਰਿਹਾ ਸੀ ਜਦੋਂ ਇਹ 3-4 ਸਾਲ ਪਹਿਲਾਂ ਪੂਰਾ ਮਾਮਲਾ ਉਭਰਿਆ ਜੀ ਰੰਧਾਵਾ ਜੀ, ਪਾਰਲੀਮੈਂਟ ਦੇ ਵਿੱਚ ਵੀ ਡਿਬੇਟ ਹੋਈ, ਲੋਕ ਸਭਾ ਰਾਜ ਸਭਾ ਦੇ ਵਿੱਚ, ਔਰ ਵੱਡੇ ਮੈਂ ਕਹੂੰਗਾ ਲੀਡਰਾਂ ਨੇ, ਚਲੋ ਪਾਰਲੀਮੈਂਟ 'ਚ ਗੱਲ ਬੋਲੇ ਸੀ, ਪਾਰਲੀਮੈਂਟ ਸਾਡਾ ਮੰਦਰ ਹੈ, ਪਰ ਵੱਡੇ ਗੱਪ ਵੀ ਕਈ ਲੀਡਰਾਂ ਨੇ ਮਾਰੇ ਉੱਥੇ ਵੀ ਅਸੀਂ ਐਂ ਕਰ ਦਾਂਗੇ, ਅਸੀਂ ਐਂ ਕਰ ਦਾਂਗੇ। ਸਥਿਤੀਆਂ ਅੱਜ ਵੀ ਉੱਥੇ ਖੜੀਆਂ ਨੇ। ਥੋੜੀ ਬਹੁਤੀ ਕੋਸ਼ਿਸ਼ ਹੋਈ ਹੈ, ਪਰ ਪੰਜਾਬ ਦੇ ਜਦੋਂ ਕਿਸਾਨਾਂ ਦੀ ਵਾਰੀ ਆਉਂਦੀ ਹੈ ਤੇ ਥੋੜੀ ਬਹੁਤੀ ਕੋਸ਼ਿਸ਼ ਕਿਉਂ, ਮੁਕੰਮਲ ਇਸ ਮਸਲੇ ਦਾ ਹੱਲ ਕਿਉਂ ਨਹੀਂ, ਇਹ ਬੜਾ ਜ਼ਰੂਰੀ ਹੈ। ਔਰ ਪਰਾਲੀ ਸਾੜਨ ਕਰਕੇ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਮਜਬੂਰੀ ਹੈ, ਉਹਨਾਂ ਨੂੰ ਪਰਾਲੀ ਸਾੜਨੀ ਪੈਂਦੀ ਹੈ। ਔਰ ਜਦੋਂ ਜ਼ਮੀਨ ਦਾ ਨੁਕਸਾਨ ਹੁੰਦਾ ਤੇ ਫਿਰ ਲਾਗਤ ਵੱਧਦੀ ਹੈ ਤੇ ਫਿਰ ਦਿੱਕਤ ਕਦੋਂ ਆਉਂਦੀ ਹੈ, ਜਦੋਂ ਪ੍ਰੋਡਕਸ਼ਨ ਘਟਦੀ ਹੈ, ਜੋ ਸਥਿਤੀਆਂ ਅਸੀਂ ਨਿਬੜ ਰਹੇ ਹਾਂ। ਚਲੋ ਆਸ ਕਰਾਂਗੇ ਕਿ ਪੰਜਾਬ ਦੇ ਚੀਫ ਸੈਕਟਰੀ ਇਸ ਪਾਸੇ ਹੁਣ ਤੇਜ਼ੀ ਫੜਨਗੇ ਅਗਰ ਇਸ਼ਾਰਾ ਦੇਤਾ ਭਗਵੰਤ ਮਾਨ ਨੇ ਜਾਂ ਅਰਵਿੰਦ ਕੇਜਰੀਵਾਲ ਨੇ। ਸੋ ਬਹੁਤ ਬਹੁਤ ਧੰਨਵਾਦ। ਬੜੇ ਗੰਭੀਰ ਔਰ ਗੁੰਝਲਦਾਰ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਰੱਖੀ। ਔਰ ਮੈਂ ਅਖੀਰ 'ਚ ਇੱਕ ਵਾਰੀ ਫੇਰ ਕਹੂੰਗਾ ਕਿ ਨੋਟਿਸਾਂ ਵਾਲੀ ਗੱਲ ਸੁਖਜਿੰਦਰ ਰੰਧਾਵਾ ਨੂੰ ਤਾਂ ਸਿੱਧੀ ਪੱਤਰਕਾਰਾਂ ਨੇ ਪੁੱਛੀ। ਸੋ ਅਗਰ ਕੋਈ ਵੀ ਆਪਣਾ ਪ੍ਰਤੀਕਰਮ ਉਹ ਦੇਣਾ ਚਾਹੋ, ਕਿਉਂਕਿ ਮੀਡੀਆ 'ਚ ਦਾਅਵੇ ਹੋ ਰਹੇ ਨੇ ਕਿ ਨੋਟਿਸ ਜਾਰੀ ਕੀਤੇ ਗਏ ਨੇ, ਸੋ
ਅਗਰ ਨੋਟਿਸ ਨਹੀਂ ਆਏ ਤਾਂ ਵੀ ਜ਼ਰੂਰ ਉਹ ਇਹਦੇ ਤੇ ਕਲੈਰਿਟੀ ਦੇ ਸਕਦੇ ਨੇ। ਅਗਰ ਉਹਨਾਂ ਨੇ ਗੱਡੀਆਂ ਪਹਿਲਾਂ ਮੋੜਤੀਆਂ ਤਾਂ ਜ਼ਰੂਰ ਟਵੀਟ ਕਰ ਦੇਣ ਤੇ ਸਾਰਾ ਮੀਡੀਆ ਜਿਹੜਾ ਇਹ ਗੱਲ ਦੱਸ ਦੇਵੇ ਪੰਜਾਬ ਦੇ ਲੋਕਾਂ ਨੂੰ ਵੀ ਇਹਨਾਂ ਨੇ ਤਾਂ ਗੱਡੀਆਂ ਪਹਿਲਾਂ ਹੀ ਮੋੜਤੀਆਂ, ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਨਫਿਊਜ਼ਨ ਹੈ ਇਹਦੇ ਉੱਪਰ ਨਾ ਬਣੇ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ, ਤੁਸੀਂ ਆਪਣੀ ਗੱਲ ਰੱਖੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।